हाँ जी बेटा अज का टॉपिक है साडा हीट इंजन ते हीट रैफ्रिजरेटर। आपां इन्हां दे बारे डिस्कशन करते हैं। हीट इंजन की हुंदा, सब तो पहला लिखियो हीट इंजन। देखो हीट इंजन बड़ी सिंपल जी चीज आ, ठीक है ना। एक रैफ्रिजरेटर आओ जस्ट इस तो बाद करते हैं। हीट इंजन पहला सुनियो की है। हीट इंजन की है, देखो इंजन कोई भी आ उन्हें कोई मैकेनिकल वर्क करना। फॉर एग्जाम्पल अपने को गड्डी का इंजन आ, कार का इंजन आ, बाइक का इंजन आ, ये बेसिकली की करते, बेसिकली घूमण का काम करते। इन्हां दे घूमण दे नाल एक मैकेनिकल सिस्टम अटैच हुंदा, ठीक है। और उस मैकेनिकल सिस्टम के थ्रू टायर घुमा लो, ਉਹਦੇ ਨਾਲ कोई पटा घुमा लो, ਉਹਦੇ ਨਾਲ कोई चेन घुमा लो, ਉਹਦੇ ਨਾਲ जो मर्जी घुमा के किसी डिवाइस ਨੂੰ ਆਪਾਂ वर्किंग कंडीशन ਦੇ ਵਿੱਚ ਲੈ ਆਉਨੇ, ਕਿਸੇ ਮਸ਼ੀਨ ਨੂੰ ਅਸੀਂ वर्किंग कंडीशन 'ਚ ਲੈ ਆਉਨੇ। ਤਾਂ ਇੰਜਨ ਦਾ ਇੰਨਾ ਕੁ ਕੰਮ ਆ ਕਿ ਉਹਨੇ ਇੱਕ ਪਾਰਟਿਕੂਲਰ ਟਾਈਪ ਆਫ એનર્ਜੀ ਨੂੰ, ਕਿਸੇ ਵੀ ਕਾइंड ਦੀ એનર્ਜੀ ਨੂੰ ਉਹਨੇ ਕਨਵਰਟ ਕਰਨਾ ਮਕੈਨੀਕਲ એનર્ਜੀ 'ਚ। ਕਾਹ 'ਚ ਕਨਵਰਟ ਕਰਨਾ? ਮਕੈਨੀਕਲ એનર્ਜੀ 'ਚ। ਹੁਣ ਜੇ ਹੀਟ ਇੰਜਨ ਆ ਤਾਂ ਇਹ ਗੱਲ 100% ਕਲੀਅਰ ਹੋ ਰਹੀ ਆ कि हीट एनर्जी ਨੂੰ ਕਾਹ 'ਚ ਕਨਵਰਜ਼ਨ ਜਾ ਰਿਹਾ? ਮਕੈਨੀਕਲ ਵਰਕ 'ਚ। ਕਿਉਂਕਿ ਬੇਸਿਕਲੀ ਤਾਂ ਇੰਜਨ ਉਹ ਆ ਜਿਹਨੇ ਮਕੈਨੀਕਲ ਵਰਕ 'ਚ ਕਨਵਰਜ਼ਨ ਕਰਨਾ ਕਿਸੇ ਵੀ ਟਾਈਪ ਆਫ એનર્ਜੀ। ਸਮਝ ਆ ਰਹੀ ਹੈ? ਤਾਂ ਹੀਟ એનર્ਜੀ ਨੂੰ ਮਕੈਨੀਕਲ એનર્ਜੀ 'ਚ ਕਨਵਰਟ ਕਰਨ ਵਾਲਾ ਜਿਹੜੀ ਡਿਵਾਈਸ ਆ ਉਹਨੂੰ ਮੈਂ ਬੋਲੂੰਗਾ ਹੀਟ ਇੰਜਨ। ਠੀਕ ਆ, ਤੁਸੀਂ ਨੋਟ ਕਰ ਸਕਦੇ ਆ। ਜਾਂ ਇਟ ਕਨਵਰਟਸ, ਸ਼ਾਰਟ 'ਚ ਹੀ ਚੱਲਾਂਗੇ ਆਪਾਂ, ਇਟ ਕਨਵਰਟਸ ਹੀਟ એનર્ਜੀ into mechanical, it converts heat energy into mechanical work। ये heat energy ਨੂੰ mechanical work ਚ convert ਕਰਦਾ। it converts heat energy into mechanical work। heat energy ਨੂੰ mechanical work ਚ convert ਕਰਦਾ। ਸਮਝ ਆ ਗਈ ਗੱਲ ਕਿ ਨਹੀਂ ਆਈ? ਹਾਂ ਬਈ, heat energy ਨੂੰ mechanical work ਚ conversion ਹੋ ਗਿਆ। ਇਸ ਤੋਂ ਅਗਲੀ ਗੱਲ ਧਿਆਨ ਨਾਲ ਸੁਣ ਲਿਓ, ਗੱਲਾਂ ਸਿੰਪਲ ਹੀ ਆ। ਆਪਾਂ +1 ਦੇ ਵਿੱਚ ਵੀ ਤੁਹਾਨੂੰ 2 ਵਾਰ ਕਰਵਾ ਚੁੱਕੇ ਆ ਇਹ ਕੰਮ ਮੈਂ, ਠੀਕ ਆ। ਤੇ ਹੁਣ ਵੀ ਆਪਾਂ ਇਦਾਂ ਹੀ ਕਰਨਾ, ਠੀਕ ਆ। ਕੋਈ ਐਡਾ ਇਸ਼ੂ ਹੈ ਨਹੀਂ, ਗੱਲ ਸਮਝਿਓ। ਦੇਖੋ ਇਹਦੇ ਮੇਨ ਪਾਰਟ ਕਿਹੜੇ ਕਿਹੜੇ ਹੁੰਦੇ ਆ। ਇਹਦੇ ਮੇਨ ਪਾਰਟਸ ਜਿਹੜੇ ਆ, ਇਹਦੇ ਮੇਨ ਪਾਰਟਸ ਉਹ ਹੁੰਦੇ ਆ ਨੰਬਰ 1 ਸੋਰਸ ਆਫ ਹੀਟ, ਸੋਰਸ ਆਫ ਹੀਟ, ਠੀਕ ਆ। ਇੱਕ ਸਿੰਕ ਆਫ ਹੀਟ, ਸਿੰਕ। ਤੇ ਤੀਸਰਾ ਹੁੰਦਾ ਵਰਕਿੰਗ ਸਬਸਟੈਂਸ, ਠੀਕ ਆ। ਦੇਖੋ ਡੈਫੀਨੇਸ਼ਨਸ ਸਾਰੇ ਭਾਵੇਂ ਤੁਸੀਂ ਪੜ੍ਹ ਲਓ ਹੀਟ ਇੰਜਨ, ਭਾਵੇਂ ਪੜ੍ਹ ਲਓ ਰੈਫਰੀਜਰੇਟਰ, ਤੇ ਭਾਵੇਂ ਪੜ੍ਹ ਲਓ ਕਾਰਨਟ ਹੀਟ ਇੰਜਨ। ਕੋਈ ਵੀ ਇੰਜਨ ਆ ਜਿਹੜਾ ਸੋਰਸ ਆ ਉਹਦੀ ਡੈਫੀਨੇਸ਼ਨ ਨਹੀਂ ਬਦਲਣੀ, ਉਹੀ ਆ। ਜੇ ਹੀਟ ਦਾ ਸੋਰਸ ਆ ਮਤਲਬ ਕਿੱਥੋਂ ਹੀਟ ਮਿਲਣੀ ਸਾਨੂੰ, ਸੋਰਸ ਆਫ ਹੀਟ, ਠੀਕ ਹੈ ਨਾ। ਐਕਚੁਅਲੀ ਇਹਦੇ ਵਿੱਚ ਜੇ ਮੈਂ ਆਈਡੀਅਲ ਸੋਰਸ ਦੀ ਗੱਲ ਕਰਾਂ, ਦੇਖੋ ਸੋਰਸ ਇੱਕ ਤਾਂ ਨਾਰਮਲ, ਆਈਡੀਅਲ ਸੋਰਸ ਹੁੰਦਾ ਨਹੀਂ ਕੋਈ, ਪਰ ਪੇਪਰ 'ਚ ਕੁਐਸਚਨ ਤੁਹਾਨੂੰ ਮਿਲ ਸਕਦਾ ਪਿਛਲੇ ਪੇਪਰਸ ਦੇ ਵਿੱਚ, ਪਿਛਲੇ ਜਿਹੜੇ ਨੀਟ ਦੇ ਪੇਪਰ ਆ, ਕਿ ਇੱਕ ਆਈਡੀਅਲ ਸੋਰਸ ਦੀ ਹੀਟ ਕਪੈਸਿਟੀ ਕਿੰਨੀ ਹੁੰਦੀ ਆ। ਉਹਦੇ ਵਾਸਤੇ ਮੈਨੂੰ ਹੀਟ ਕਪੈਸਿਟੀ ਦੀ ਡੈਫੀਨੇਸ਼ਨ ਤੇ ਜਾਣਾ ਪਊਗਾ। ਤਾਂ ਮੇਰੇ ਦਿਮਾਗ 'ਚ ਜੇ ਹੀਟ ਕਪੈਸਿਟੀ ਕਲੀਅਰ ਆ ਤਾਂ ਹੀ ਮੈਂ ਦੱਸ ਸਕਦਾ ਕਿ ਇੱਕ ਆਈਡੀਅਲ ਸੋਰਸ ਦੀ ਹੀਟ ਕਪੈਸਿਟੀ ਕਿੰਨੀ ਹੁੰਦੀ ਹੈ। ਕੁਐਸਚਨ ਪੇਪਰ 'ਚ ਆਇਆ ਹੋਇਆ, ਧਿਆਨ ਰੱਖਿਓ, ਠੀਕ ਹੈ ਨਾ। ਪਹਿਲੀ ਗੱਲ ਤਾਂ ਹੀਟ ਕਪੈਸਿਟੀ। ਤੁਹਾਡੇ 'ਚੋਂ ਕੋਈ ਵੀ ਬੱਚਾ ਦੱਸ ਦੇ ਹੀਟ ਕਪੈਸਿਟੀ ਹੁੰਦੀ ਕੀ ਹੈ। ਹਾਂਜੀ ਬੋਲੋ। ਸਪੈਸੀਫਿਕ ਹੀਟ ਸਮਝਾਈ ਸੀ ਤੁਹਾਨੂੰ, ਤੇ ਹੀਟ ਕਪੈਸਿਟੀ ਵੀ ਦੱਸੀ ਸੀ ਮੈਂ ਤੁਹਾਨੂੰ ਮਾੜੀ ਜੀ। ਹੀਟ ਕਪੈਸਿਟੀ ਕੀ ਹੁੰਦੀ ਆ, ਕੋਈ ਵੀ ਬੱਚਾ ਬੋਲ ਦੇਵੇ। ਬੋਲੋ ਬਈ, ਮहेश ਪਤਾ? ਹਾਂਜੀ ਸਰ। हीट कैपेसिटी की होती है? सर हीट कैपेसिटी का फॉर्मूला पता है। हीट कैपेसिटी होती की है, फार्मूला तो मुझे पता है। मतलब जितना लाइक अगर जब उसे कितनी हीट देंगे उसका टेम्परेचर 1 डिग्री से बढ़ जाए, अगर उसको नहीं स्पेसिफिक हीट भी इदां दी नहीं सी। नहीं सर, उसमें वो स्पेसिफाई हो जाता है कि 1 ग्राम का ही टेम्परेचर बढ़ाना है। अगर मोलर लेते हैं बड़ा तो सिंपल फंडा हो जाता है कि 1 मोल का ही बढ़ाना है। ਜਦੋਂ ਤਾਂ ਤੁਸੀਂ ਸਪੈਸਿਫਿਕ ਹੀਟ ਦੀ ਗੱਲ ਕਰੋਗੇ ਤਾਂ 1 ਗ੍ਰਾਮ ਜਾਂ 1 ਕਿਲੋਗ੍ਰਾਮ ਜਾਂ 1 ਮੋਲ, ਯਾਨੀ ਕਿ ਯੂਨਿਟ ਮਾਸ ਦਾ ਟੈਂਪਰੇਚਰ 1 ਡਿਗਰੀ ਵਧਾਉਣ ਵਾਸਤੇ ਜਿਹੜੀ ਹੀਟ ਰਿਕੁਆਇਰਡ ਹੈ ਕਿਸੇ ਬੋਡੀ ਦੇ ਵਿੱਚ, ਇੱਕ ਬੋਡੀ ਦੇ ਵਿੱਚ ਯੂਨਿਟ ਮਾਸ ਦਾ ਟੈਂਪਰੇਚਰ 1 ਡਿਗਰੀ ਵਧਾਉਣ ਵਾਸਤੇ ਜਾਂ 1 ਮੋਲ ਦਾ 1 ਡਿਗਰੀ ਵਧਾਉਣ ਵਾਸਤੇ ਜਿਹੜੀ ਹੀਟ ਚਾਹੀਦੀ ਹੈ, ਦੈਟ ਇਜ਼ ਕਾਲਡ ਅ ਸਪੈਸਿਫਿਕ ਹੀਟ। ਉਹਨੂੰ ਬੋਲਾਂਗੇ ਅਸੀਂ ਸਪੈਸਿਫਿਕ ਹੀਟ ਜਾਂ ਮੋਲਰ ਸਪੈਸਿਫਿਕ ਹੀਟ ਕਹਿ ਦਿੰਦੇ ਹਾਂ। ਜੇ ਮੋਲ ਦੀ ਗੱਲ ਕਰੀਏ ਤਾਂ ਮੋਲਰ ਸਪੈਸਿਫਿਕ ਹੀਟ। ਤੇ ਹੀਟ ਕਪੈਸਿਟੀ ਕੀ ਹੁੰਦੀ? ਸਾਰੀ ਦੀ ਸਾਰੀ ਬੋਡੀ, ਜਿਹੜੀ ਵੀ ਬੋਡੀ ਤੁਹਾਡੇ ਕੋਲ ਅਵੇਲੇਬਲ ਆ,
ਉਹਦਾ ਟੈਂਪਰੇਚਰ 1 ਡਿਗਰੀ ਇਨਕਰੀਜ਼ ਕਰਨ ਵਾਸਤੇ ਜਿਹੜੀ એનર્ਜੀ ਹੀਟ એનર્ਜੀ ਚਾਹੀਦੀ ਹੈ, ਜਿਹੜੀ ਹੀਟ ਚਾਹੀਦੀ ਹੈ, that is called as heat capacity. Heat required to increase temperature of the body ਦਾ ਟੈਂਪਰੇਚਰ 1 ਡਿਗਰੀ ਵਧਾਉਣਾ, ਨਾ ਕਿ ਉਹਦੇ ਯੂਨਿਟ ਮਾਸ ਦਾ ਵਧਾਉਣਾ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਇਹ ਗੱਲ ਤੁਸੀਂ ਨੋਟ ਕਰਨੀ ਤੇ ਕਰ ਲਓ। heat required to raise the temperature of a body, ਸਾਰੀ ਬੋਡੀ ਦਾ ਯੂਨਿਟ ਮਾਸ ਨਹੀਂ, ਟੈਂਪਰੇਚਰ ਆਫ ਅ ਬੋਡੀ ਬਾਈ ਕਿੰਨਾ? ਬਾਈ 1 ਡਿਗਰੀ ਸੈਲਸੀਅਸ। ਬੋਡੀ ਦਾ ਟੈਂਪਰੇਚਰ 1 ਡਿਗਰੀ ਸੈਲਸੀਅਸ ਵਧਾਉਣ ਵਾਸਤੇ ਜਿਹੜੀ ਹੀਟ ਚਾਹੀਦੀ, that is called as heat capacity. ਹੀਟ ਕਪੈਸਿਟੀ ਨੂੰ ਜੇ ਮੈਂ C ਲਿਖਾਂ, ਹੁਣ ਧਿਆਨ ਨਾਲ ਸੁਣਿਓ, ਇਹਨੂੰ ਮੈਂ ਜੇ C ਲਿਖਾਂ ਤਾਂ ਇਹ ਕਿੰਨੀ ਹੋਊਗੀ? C is equal to, ਮੰਨ ਲਓ ਵੈਸੇ ਇਹਦਾ ਨਾਮ ਕੁਝ ਹੋਰ ਵੀ ਹੋ ਸਕਦਾ, ਠੀਕ ਆ। ਹੀਟ ਕਪੈਸਿਟੀ ਨੂੰ ਕਿਸੇ ਵੀ ਸਿੰਬਲ ਦੇ ਨਾਲ ਡਿਨੋਟ ਕਰ ਸਕਦਾ ਬੰਦਾ, ਜੋ ਤੁਹਾਨੂੰ ਦੱਸੂਗਾ, ਕੁਐਸਚਨ ਪੁੱਛੂਗਾ, ਠੀਕ ਆ। ਕੰਮ ਦੀ ਗੱਲ ਸੁਣਿਓ, ਮੰਨ ਲਓ ਆ ਬੋਡੀ ਆ ਤੇ ਬੋਡੀ ਨੂੰ ਮੈਂ ਹੀਟ ਦਿੱਤੀ ਡੈਲਟਾ ਕਿਊ ਜਾਂ ਡੀ ਕਿਊ ਕਹਿ ਲਓ, ਤੇ ਉਹਦਾ ਟੈਂਪਰੇਚਰ ਜਿਹੜਾ ਇਨਕਰੀਜ਼ ਕਰ ਗਿਆ, ਉਹਦਾ ਟੈਂਪਰੇਚਰ ਡੈਲਟਾ ਟੀ ਇਨਕਰੀਜ਼ ਕਰ ਗਿਆ। ਤਾਂ ਜੇ ਮੈਂ ਪੰਜਾਬੀ ਚ ਗੱਲ ਕਰਾਂ ਤੇ ਡੈਲਟਾ ਟੀ ਟੈਂਪਰੇਚਰ ਵਧਾਉਣ ਵਾਸਤੇ ਹੀਟ ਦਿੱਤੀ ਡੈਲਟਾ ਕਿਊ, ਤੇ 1 ਡਿਗਰੀ ਟੈਂਪਰੇਚਰ ਵਧਾਉਣ ਵਾਸਤੇ ਕਿੰਨੀ ਹੀਟ ਦਿੱਤੀ? ਡੈਲਟਾ ਕਿਊ ਅਪੋਨ ਡੈਲਟਾ ਟੀ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਜੇ 1 ਡਿਗਰੀ ਟੈਂਪਰੇਚਰ ਵਧਾਉਣ ਵਾਸਤੇ ਜਿਹੜੀ ਹੀਟ ਦਿੱਤੀ ਉਹ ਡੈਲਟਾ ਕਿਊ ਅਪੋਨ ਡੈਲਟਾ ਟੀ ਆ, ਤੇ ਡੈਲਟਾ ਕਿਊ ਅਪੋਨ ਡੈਲਟਾ ਟੀ ਹੀਟ ਕਪੈਸਿਟੀ ਹੋਈ ਕਿ ਨਹੀਂ ਹੋਈ? ਬੋਲੋ ਬਈ, ਕਿਉਂ ਬਈ ਗਗਨ? ਡੈਲਟਾ ਕਿਊ ਅਪੋਨ ਡੈਲਟਾ ਟੀ ਹੀਟ ਕਪੈਸਿਟੀ ਹੋਗੀ ਬੇਟਾ, ਠੀਕ ਆ। ਇਹਨੂੰ ਡੈਲਟਾ ਕਿਊ ਅਪੋਨ ਡੈਲਟਾ ਟੀ ਲਿਖ ਲਓ, ਇਹਨੂੰ ਡੀ ਕਿਊ ਅਪੋਨ ਡੀ ਟੀ ਲਿਖ ਲਓ, ਕਈ ਕਿਤਾਬਾਂ ਚ ਇਹਨੂੰ ਡੀ ਕਿਊ ਅਪੋਨ ਡੀ ਟੀ, ਡਿਪੈਂਡ ਕਰਦਾ ਤੁਸੀਂ ਯੂਜ਼ ਕਿੱਦਾਂ ਕਰਨਾ, ਡਿਫਰੈਂਸ਼ੀਏਸ਼ਨ ਦੀ ਫਾਰਮ ਚ ਯੂਜ਼ ਕਰਨਾ, ਕਿੱਦਾਂ ਯੂਜ਼ ਕਰਨਾ, ਤੁਹਾਡੇ ਤੇ ਡਿਪੈਂਡ ਕਰਦਾ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਹੈ ਬਈ, ਆ ਜਾਓ। ਤਾਂ ਇਹ ਸਾਡੇ ਕੋਲੇ ਕੀ ਆ? ਹੀਟ ਕਪੈਸਿਟੀ ਸੀ। ਹੁਣ ਅਗਲੀ ਗੱਲ ਸੁਣੋ, ਮੇਰੇ ਕੋਲੇ ਸਪੈਸੀਫਿਕ ਹੀਟ ਵੀ ਹੈਗੀ ਹੈ। ਸਪੈਸੀਫਿਕ ਹੀਟ ਕੀ ਹੁੰਦੀ ਆ? ਹੁਣ ਜੇ m ਮਾਸ ਦਾ ਟੈਂਪਰੇਚਰ 1 ਡਿਗਰੀ ਵਧਾਉਣ ਵਾਸਤੇ, ਹੁਣ ਮੰਨ ਲਓ ਵੀ ਆ ਬੋਡੀ ਜਿਹੜੀ ਆ, ਇਹਦਾ ਮਾਸ ਕਿੰਨਾ? ਇਹਦਾ ਮਾਸ m ਆ, ਠੀਕ ਆ। m ਮਾਸ ਦਾ ਟੈਂਪਰੇਚਰ 1 ਡਿਗਰੀ ਵਧਾਉਣ ਵਾਸਤੇ ਜਿਹੜੀ ਹੀਟ ਚਾਹੀਦੀ ਆ, ਉਹਨੂੰ ਬੋਲਦੇ ਅਸੀਂ dq upon dt। ਤਾਂ ਯੂਨਿਟ ਮਾਸ ਦਾ ਟੈਂਪਰੇਚਰ 1 ਡਿਗਰੀ ਵਧਾਉਣ ਵਾਸਤੇ ਜਿਹੜੀ ਹੀਟ ਚਾਹੀਦੀ ਆ, ਡਿਵਾਈਡ ਬਾਈ m ਕਰ ਦੋ, ਠੀਕ ਆ। 1/m dq upon dt। ਇਹਨੂੰ ਬੋਲਦੇ ਹੀਟ, ਇਹਨੂੰ ਬੋਲਦੇ ਸਪੈਸੀਫਿਕ ਹੀਟ। ਇਹਨੂੰ ਕੀ ਬੋਲਦੇ ਬੇਟਾ? ਇਹਨੂੰ ਬੋਲਦੇ ਕਿਸੇ ਵੀ ਉਸ ਬੋਡੀ ਦੇ ਮਟੀਰੀਅਲ ਦੀ ਸਪੈਸੀਫਿਕ ਹੀਟ, ਯਾਨੀ ਕਿ ਸਪੈਸੀਫਿਕ ਹੀਟ ਹੁੰਦੀ ਮਟੀਰੀਅਲ ਦੀ ਤੇ ਹੀਟ ਕਪੈਸਿਟੀ ਬੋਡੀ ਦੀ ਹੁੰਦੀ। ਇਹ ਗੱਲ ਯਾਦ ਰੱਖਿਓ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? तो ये मेरे को स्पैसिफिक हीट आ। ਇਹਦਾ ਮਤਲਬ ਜੇ ਮੈਂ dq upon dt ਦੀ ਵੈਲਿਊ ਸਪੈਸੀਫਿਕ ਹੀਟ ਦੀ ਟਰਮ ਚ ਲਿਖਣੀ ਹੋਵੇ, ਹੁਣ ਇਹ ਵੀ ਕੰਮ ਆ ਸਕਦਾ ਨੂਮੈਰੀਕਲ ਚ, ਤੁਹਾਡੇ ਇਹਨਾਂ ਦਾ ਰਿਲੇਸ਼ਨ ਆਪਸ ਦੇ ਵਿੱਚ ਪਤਾ ਨਾ, ਰਿਲੇਸ਼ਨ ਸਾਰਿਆਂ ਨੂੰ, ਕਿਉਂ ਬਈ? ਤਾਂ ਸਪੈਸੀਫਿਕ ਹੀਟ ਨੂੰ ਜੇ ਮੈਂ s ਨਾਲ ਡਿਨੋਟ ਕਰਾਂ, ਠੀਕ ਆ, ਤਾਂ ਧਿਆਨ ਨਾਲ ਦੇਖਿਓ, s is equal to ਕਿੰਨਾ ਨੋਟ ਕਰ ਸਕਦੇ ਤੁਸੀਂ? s is equal to 1/m ਤੇ dq upon dt, ਤੇ dq upon dt ਕਿਹਦੇ ਇਕੁਅਲ ਆ? c ਦੇ ਇਕੁਅਲ। s is equal to c/m, ਜਾਂ ਹੀਟ ਕਪੈਸਿਟੀ is equal to ms। s ਹੈਗੀ ਸਪੈਸੀਫਿਕ ਹੀਟ, c ਹੈਗੀ ਆ ਹੀਟ ਕਪੈਸਿਟੀ, ਕਪੈਸਿਟੀ ਤੋਂ ਪੜਿਆ, m ਹੈਗਾ ਮਾਸ ਆਫ ਦਾ ਬੋਡੀ। ਇਹਦਾ ਮਤਲਬ ਬੋਡੀ ਦੇ ਮਾਸ ਨੂੰ ਜੇ ਮੈਂ ਸਪੈਸੀਫਿਕ ਹੀਟ ਨਾਲ ਮਲਟੀਪਲਾਈ ਕਰਦਾ ਤਾਂ ਮੈਨੂੰ ਹੀਟ ਕਪੈਸਿਟੀ ਮਿਲੂਗੀ। ਇਹ ਰਿਲੇਸ਼ਨ ਦਾ ਖਿਆਲ ਰੱਖਿਓ, ਕੰਮ ਆ ਜਾਊਗਾ ਤੁਹਾਡੇ ਕਿਤੇ। ਇਹ ਨੋਟ ਕਰ ਲਓ, ਆਹ ਵਾਲਾ ਰਿਲੇਸ਼ਨ ਨੋਟ ਕਰ ਲਓ, ਇਹ ਤੁਹਾਡੇ ਕੰਮ ਆ ਜਾਣਾ। ਹੀਟ ਕਪੈਸਿਟੀ ਤੇ ਸਪੈਸੀਫਿਕ ਹੀਟ ਆਪਸ ਚ ਕਿੱਦਾਂ ਰਿਲੇਟਡ ਆ, ਠੀਕ ਹੈ, ਇੱਥੋਂ ਤੁਹਾਨੂੰ ਕਲੀਅਰ ਹੋ ਜਾਊਗਾ। ਚੱਲਾਂ ਅੱਗੇ, ਕੰਟੀਨਿਊ ਕਰਾਂ ਬਈ। ਸਾਡਾ ਟੌਪਿਕ ਚੱਲ ਰਿਹਾ ਸੀ ਹੀਟ ਇੰਜਨ, ਤੇ ਹੀਟ ਇੰਜਨ ਦੇ ਵਿੱਚ ਮੈਂ ਬੋਲਿਆ ਵੀ 3 ਮੇਨ ਪਾਰਟ ਆ। ਪਹਿਲਾ ਮੇਨ ਪਾਰਟ ਸੋਰਸ, ਦੂਜਾ ਸਿੰਕ, ਤੇ ਤੀਸਰਾ ਵਰਕਿੰਗ ਸਬਸਟੈਂਸ। ਅਸੀਂ ਉਹਦੀ ਡੈਫੀਨੇਸ਼ਨ ਸਮਝਣੀ ਆ, ਕਿਉਂਕਿ ਸਮਝੋਗੇ ਤਾਂ ਕਹਾਣੀ ਦਿਮਾਗ 'ਚ ਛੇਤੀ ਫਿੱਟ ਹੋਊਗੀ। ਅਦਰਵਾਈਜ਼ ਰੱਟੇ ਮਾਰੋਗੇ ਜਾਂ ਫਾਰਮੂਲਿਆਂ ਤੇ ਚੱਲੋਗੇ ਕੱਲਿਆਂ ਤੇ, ਤਾਂ ਕੱਲਿਆਂ ਫਾਰਮੂਲਿਆਂ ਵਾਲੇ ਸਾਰੇ ਕੁਐਸਚਨ ਨਹੀਂ ਹੁੰਦੇ। ਇਹ ਗੱਲ ਪੱਲੇ ਬੰਨ੍ਹ ਲਿਓ, ਠੀਕ ਆ। ਜੇ ਨੌਲੇਜ ਹੋਊਗਾ ਤਾਂ ਫਾਰਮੂਲਾ ਈਜ਼ੀਲੀ ਸਮਝ ਆਊਗਾ ਤੁਹਾਨੂੰ, ਤੁਸੀਂ ਉਹਨੂੰ ਕਲੈਰੀਫਾਈ ਕਰੋਗੇ ਪ੍ਰੋਪਰਲੀ, ਠੀਕ ਆ, ਉਹਨੂੰ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰੋਗੇ। ਜੇ ਥਿਉਰੀ ਨਹੀਂ ਕਲੀਅਰ ਤਾਂ ਫਾਰਮੂਲੇ ਨੂੰ ਰੱਟਾ ਮਾਰੋਗੇ, ਪਰ ਰੱਟਾ ਜਿਹੜਾ ਹੈਗਾ ਉਹ ਬਹੁਤ ਮਾੜਾ ਹੈ, ਉਹ ਬਾਹਲਾ ਵਧੀਆ ਨਹੀਂ ਮੰਨਦਾ। ਚਲੋ ਆ ਜਾਓ ਕੰਮ ਦੀ ਗੱਲ ਤੇ। ਤਾਂ ਹੀਟ ਕਪੈਸਿਟੀ ਧਿਆਨ ਨਾਲ ਸੁਣਿਓ। ਹੁਣ ਇੱਕ ਆਈਡੀਅਲ ਸੋਰਸ ਕੀ ਹੁੰਦਾ? ਸੋਰਸ ਆਫ ਹੀਟ। ਪਹਿਲਾ ਪਾਰਟ ਆ ਸੋਰਸ ਆਫ ਹੀਟ। ਸੋਰਸ ਆਫ ਹੀਟ ਤੋਂ ਵਰਕਿੰਗ ਸਬਸਟੈਂਸ ਨੇ ਜਿਹੜਾ ਹੈਗਾ ਹੀਟ ਐਕਸਟ੍ਰੈਕਟ ਕਰਨੀ ਆ, ਲੈਣੀ ਆ, ਉਹ ਸੋਰਸ ਆਫ ਹੀਟ ਆ,
ठीक है, मैं एक डायग्राम बनाना साइड ते, तुसीं भी बना लियो। दिस इज अ ब्लॉक डायग्राम फॉर हीट इंजन। ये हीट इंजन का बेटे ब्लॉक डायग्राम, किहड़ा डायग्राम पुत्र? ब्लॉक डायग्राम ऑफ हीट इंजन। ये हीट इंजन का ब्लॉक डायग्राम आ तो हैगा बेटा सोर्स, सिंक कह दो। चलो इको ही गल, उपरों थले नूं आ जाओ, थले उपर नूं आ जाओ, जिद्दां दा बनिया होया मैं उदां ही बना देना। उपर वाले पासे मैं लिख देना सोर्स, आ हैगी आ सिंक, ते विचाले हुंदा वर्किंग सबसटेंस। एक्चुअली च वर्किंग सबसटेंस ने काम की करना? वर्किंग सबसटेंस ने हीट एक्सट्रैक्ट करनी है, लैनी है किहदे तो? सोर्स। सोर्स कौन हुंदा? ये हॉट बॉडी हुंदी है, आ हॉट बॉडी, इट इज अ हॉट बॉडी या बॉडी एट लार्ज टेंपरेचर, बड़े टेंपरेचर वाली बॉडी हॉट बॉडी हुंदी है। ओके, एज कंपेयर टू दिस वन सिंक दे कंपैरेटिवली। और इहदी हीट कैपेसिटी इनफाइनाइट हुंदी है इफ इट इज आइडियल, एंड इट इज अ हॉट बॉडी विद इनफाइनाइट हीट कैपेसिटी। मैं जो हीट कैपेसिटी इनफाइनाइट की गल करी, then this is ideal one। इनफाइनाइट हीट कैपेसिटी का मतलब की है? ਇਹਦਾ मतलब ਇਹ ਆ ਵੀ मैं बॉडी का टेंपरेचर 1 डिग्री ਵਧਾਉਣ ਵਾਸਤੇ कितनी हीट ਲਈ? इनफाइनाइट। या बॉडी का टेंपरेचर 1 डिग्री घटाਉਣ ਵਾਸਤੇ, ਹੁਣ देखो मैं इत्थे लिखा हीट रिक्वायर्ड टू रेज द टेंपरेचर ऑफ अ बॉडी, इत्थे रेज ਦੀ ਥਾਂ ਤੇ डिक्रीज भी लिख दोगे, दैट इज आल्सो राइट। ठीक है, जे हीट रिक्वायर्ड किसी बॉडी का टेंपरेचर 1 डिग्री ਵਧਾਉਣ ਵਾਸਤੇ ਜਿਹੜੀ ਹੀਟ ਦਿੱਤੀ वो भी हीट कैपेसिटी है, और किसी बॉडी का टेंपरेचर 1 डिग्री घटाਉਣ ਵਾਸਤੇ कितनी हीट एक्सट्रैक्ट की वो तो, ये भी हीट कैपेसिटी है। ये दोनों ही हीट कैपेसिटी है। डेफिनेशन अपडेट होगी, डेफिनेशन अपडेट होगी। समझ आ रही गल कि नहीं आ रही? 1 डिग्री टेंपरेचर ਵਧਾਉਣ ਵਾਸਤੇ ਜਿਹੜੀ ਹੀਟ ਦਿੱਤੀ वो भी हीट कैपेसिटी है, 1 डिग्री टेंपरेचर घटाਉਣ ਵਾਸਤੇ ਜਿਹੜੀ ਹੀਟ एक्सट्रैक्ट की, दैट इज आल्सो हीट कैपेसिटी। ਤੁਹਾਡੇ याद हो गया? ध्यान नाल सुनियो गल नूं। ਤਾਂ इनफाइनाइट ਜਿਹੜੀ हीट कैपेसिटी मेरे को इनफाइनाइट होनी चाहिए आइडियल सोर्स की, ये गल तुसीं याद रखनी है। ओके, मतलब कहने का ये भी सोर्स तो जिन्नी मर्जी हीट बाहर कढ़ लो, सोर्स तो जिन्नी मर्जी हीट बाहर कढ़ लो, एक्सट्रैक्ट कर लो, उसका टेंपरेचर डाउन नहीं आऊगा, दैट इज आइडियल सोर्स। ओके, तो नॉर्मल लैंग्वेज में बोला तो आइडियल सोर्स हुंदा नहीं, तो सोर्स इज जस्ट अ हॉट बॉडी। क्लीयर? मतलब ਉਹਦੀ हीट ਉਹਦੀ टेंपरेचर डाउन जाऊगा। नंबर 2 हुंदा सिंक। सिंक कौन आ? सिंक हैगी है कोल्ड बॉडी एज कंपेयर टू हॉट बॉडी। नॉर्मली दिस इज जनरली दिस इज सराउंडिंग्स, नॉर्मल केसेस च सराउंडिंग साडा आला दुआला हुंदा, दैट इज सिंक। ठीक है, साडा आला दुआला नॉर्मल केसेस दे विच, हीट इंजन दे केसेस दे विच। ठीक है, तो सिंक की आ कोल्ड बॉडी या लो टेंपरेचर बॉडी। ठीक है, कोल्ड जमा हुण कोल्ड का मतलब तुसीं कहो भी 0 डिग्री टेंपरेचर है जी, ਇਹਦਾ माइनस समथिंग टेंपरेचर, इदां दी कोई गल नहीं, कुछ भी हो सकता। समझ आ रही? कंपैरेटिवली कोल्ड बॉडी, ਉਹਦੇ कंपैरेटिवली घट टेंपरेचर वाली बॉडी, कंपैरेटिवली कोल्ड बॉडी। और टेंपरेचर हीट कैपेसिटी ਇਹਦੀ भी इनफाइनाइट आ, हैविंग इनफाइनाइट हीट कैपेसिटी। मतलब कहने का बड़ा सिंपल आ, मतलब कहने का बड़ा सिंपल आ, सोर्स तो जिन्नी मर्जी हीट लई जाओ ਉਹਦਾ टेंपरेचर 1 डिग्री घटदा नहीं, ते सिंक नूं जिन्नी मर्जी हीट देई जाओ ਉਹਦਾ टेंपरेचर 1 डिग्री ਵੱਧਦਾ नहीं, दैट इज इनफाइनाइट हीट कैपेसिटी। तीसरी चीज वर्किंग सबसटेंस आ। वर्किंग सबसटेंस ओ फ्यूल कह लो, ठीक है, या वो मटीरियल कह लो, ਜਿਹੜਾ ਕੀ ਕੰਮ ਕਰਦਾ, ਜਿਹੜਾ हीट ਦੇ ट्रांसफर ਦਾ ਕੰਮ ਕਰਦਾ। ठीक है, ਜਿਹੜਾ कि हीट ਦੇ ट्रांसफर ਦਾ ਕੰਮ ਕਰਦਾ, सोर्स तो लैके सिंक ਨੂੰ हीट ट्रांसफर करदा, ਤੇ ਵਿਚਾਲੇ कोई ना कोई मैकेनिकल वर्क ਕਰਨ ਦਾ ਕੰਮ ਕਰਦਾ है। मतलब बेसिकली सिस्टम ਨੂੰ ਚਲਾਉਂਦਾ कौन आ? बेसिकली सिस्टम ਨੂੰ ਚਲਾਉਂਦਾ हैगा वर्किंग सबसटेंस। ठीक है ना, ये हीट लैके इधरों लैके सिंक ਨੂੰ ਦੇ ਦਿੰਦਾ, ਤੇ ਵਿਚਾਲੇ ਕੀ ਕਰਦਾ? वर्क कर दिता। यही ਇਹਦੀ वर्किंग ਆ। ਹੁਣ ਦੱਸੋ ਇਹ ਕੀ ਮੰਤਰ ਪੜ੍ਹਦੇ? ठीक है, लिख दियो, इट इज अ material, it is a material which extract heat from source, which extract heat from source, which extract heat
which extracts S आऊगा, which extracts which extracts heat from source and does a mechanical work and further and does a mechanical work, एक mechanical work करदा, does a mechanical work and further rejects the remaining heat, बची हुई heat, further rejects the remaining heat to the sink, further rejects the remaining heat to sink, sink ਨੂੰ ਬਚੀ ਹੋਈ heat ਦਾ transfer ਕਰ ਦਿੰਦਾ। source ਹਮੇਸ਼ਾ hot body ਹੁੰਦੀ, मैं T1 ਇਹਦਾ temperature ਮੰਨਦਾ, this is temperature T1 of hot body and this is sink at temperature T2, this is cold body। ਇਧਰੋਂ heat ਲਈ ਆ ਬੇਟਾ, heat ਲਈ ਆ Q1, ਕਿੰਨੀ heat ਲਈ ਆ Q1, ਇਹਦੇ ਵਿੱਚੋਂ ਵਰਕ ਕੀਤਾ ਉਹਨੇ W ਬਾਹਰ, this is mechanical work W ਵਰਕ ਕੀਤਾ ਇਹਨੇ ਬਾਹਰ ਕਿਸੇ ਮਸ਼ੀਨ ਤੇ, ਮਤਲਬ ਕਹਿਣ ਦਾ ਇਹ ਵੀ ਇਹਨੇ ਚੱਕਰੀ ਘਮਾਈ ਕੋਈ, ਠੀਕ ਆ, ਮਕੈਨੀਕਲ ਵਰਕ ਕੀਤਾ ਤੇ ਬਚਿਆ ਹੋਇਆ ਜਿਹਦਾ ਬਾਈਕ ਦੇ ਵਿੱਚ ਧੂਆਂ ਨਿਕਲ ਜਾਂਦਾ ਔਰ ਸਰਾਊਂਡਿੰਗ ਸਾਡਾ ਸਿੰਕ ਆ, ਠੀਕ ਆ, ਬਚੀ ਹੋਈ ਚੀਜ਼ ਜਿਹੜੀ ਆ, ਬਚਿਆ ਹੋਈ ਹੀਟ ਜਿਹੜੀ ਇਹਦੇ ਵਿੱਚੋਂ ਉਹ ਸਿੰਕ ਨੂੰ ਟ੍ਰਾਂਸਫਰ ਹੋਗੀ, ਕੋਲਡ ਬਾਡੀ ਨੂੰ ਟ੍ਰਾਂਸਫਰ ਹੋਗੀ, Q2 ਹੀਟ ਇਧਰ ਨੂੰ ਟ੍ਰਾਂਸਫਰ ਹੋਗੀ। ਔਰ ਇੱਕ ਸਾਈਕਲ ਤੋਂ ਬਾਅਦ ਵਰਕਿੰਗ ਸਬਸਟੈਂਸ ਆਪਣੀ ਇਨੀਸ਼ੀਅਲ ਸਟੇਟ ਦੇ ਵਿੱਚ ਵਾਪਸ ਆ ਜਾਂਦਾ। ਐਰੋ ਲਾ ਕੇ ਲਿਖ ਦਿਓ, ਐਰੋ ਲਾ ਕੇ ਲਿਖ ਦਿਓ ਨਵੀਂ ਲਾਈਨ ਤੋਂ ਲਿਖਿਓ, ਆਫਟਰ ਈਚ ਸਾਈਕਲ, ਆਫਟਰ ਈਚ ਸਾਈਕਲ, ਇੱਕ ਸਾਈਕਲ ਤੋਂ ਬਾਅਦ, ਆਫਟਰ ਈਚ ਸਾਈਕਲ ਦ ਵਰਕਿੰਗ ਸਬਸਟੈਂਸ, ਇੱਕ ਸਾਈਕਲ ਤੋਂ ਬਾਅਦ after each cycle the working substance returns to its initial state, working substance, okay beta, working substance returns to its initial state, working substance अपनी initial state ਦੇ ਵਿੱਚ ਵਾਪਸ ਆ ਜਾਂਦਾ, working substance अपनी initial state ਦੇ ਵਿੱਚ, working substance returns to its initial state, ਤੇ ਜਦੋਂ initial state ਚ ਵਾਪਸ ਮੁੜਦਾ ਫਿਰ Q1 ਲੈਂਦਾ, Q2 ਇਧਰ ਕਰਦਾ, ਫਿਰ ਵਰਕ ਕਰਦਾ। ਇਹੀ ਸਾਈਕਲ ਵਾਰ-ਵਾਰ ਚੱਲਦਾ, ਸਾਈਕਲਿਕ ਪ੍ਰੋਸੈਸ ਆ, ਸਾਈਕਲਿਕ ਪ੍ਰੋਸੈਸ। ਇੱਕ ਸਾਈਕਲ ਕੰਪਲੀਟ ਹੋਣ ਤੇ ਵਰਕਿੰਗ ਸਬਸਟੈਂਸ ਆਪਣੀ ਇਨੀਸ਼ੀਅਲ ਸਟੇਟ 'ਚ ਪੁੱਠਾ ਮਾਰਦਾ, ਠੀਕ ਆ। ਹੁਣ ਇੱਥੇ ਹੈਗਾ ਬਲੌਕ ਡਾਇਗਰਾਮ, ਜੇ ਆਪਾਂ ਇਹਨੂੰ ਐ ਸਮਝੀਏ ਵੀ ਹਾਂਜੀ ਇੰਜਨ ਸਮਝਾਓ ਸਾਨੂੰ ਤਾਂ, ਤੇ ਇੰਜਨ ਬੜਾ ਸਿੰਪਲ ਆ, ਧਿਆਨ ਨਾਲ ਸੁਣਿਓ। ਮੈਂ ਜਸਟ ਇੱਕ ਹੋਰ ਬਲੌਕ ਡਾਇਗਰਾਮ ਬਣਾਉਣਾ। ਜਿਹੜੀ ਬਾਈਕ ਹੁੰਦੀ ਹੈ, ਗੱਡੀ ਹੁੰਦੀ ਹੈ, ਕਾਰ, ਕੋਈ ਟਰੈਕਟਰ, ਕੁਛ ਵੀ, ਕੋਈ ਵੀ ਇੰਜਨ, ਉਹਦੇ ਵਿੱਚ ਪਿਸਟਨ ਹੁੰਦੇ ਬੇਟਾ, ਕਿਸੇ 'ਚ ਇੱਕ, ਕਿਸੇ 'ਚ ਦੋ, ਕਿਸੇ 'ਚ ਤਿੰਨ, ਕਿਸੇ 'ਚ ਚਾਰ, ਏਦਾਂ, ਠੀਕ ਆ। ਕਈ ਸਾਰੇ ਪਿਸਟਨ ਉਹ 'ਚ ਕੰਮ ਕਰਦੇ ਹੁੰਦੇ ਆ। ਉਹ ਪਿਸਟਨ 'ਚ ਕੀ ਫੰਡਾ ਹੁੰਦਾ ਵੀ ਪਿਸਟਨ ਇੱਥੇ ਲੱਗਿਆ, ਇਹ ਪਿਸਟਨ ਉੱਪਰ ਕਿਸੇ ਮਕੈਨੀਕਲ ਸਿਸਟਮ ਦੇ ਨਾਲ ਗਾਂ ਟਾਇਰਾਂ ਟੂਰਾਂ ਨਾਲ ਜੁੜਿਆ, ਇੰਜਨ ਗਾਂ ਟਾਇਰ ਘੁਮਾ ਰਿਹਾ। ਇੰਜਨ ਦੀ ਸਟਰੈਂਥ ਜਿਹੜੀ ਆ ਉਹ ਡਿਪੈਂਡ ਕਰਦਾ ਵੀ ਇਹ ਕਿੰਨੇ ਪਿਸਟਨ ਲੱਗੇ ਉਹਦੇ ਵਿੱਚ। ਇਹਨੂੰ ਸਿਲੰਡਰ ਵੀ ਕਹਿ ਦਿੰਦੇ ਆ, ਜਿੱਦਾਂ ਕਹਿ ਦਿੰਦੇ ਵੀ ਆ ਫਲਾਨਾ ਇੰਜਨ ਜੀ 4 ਸਿਲੰਡਰ ਆ, 3 ਸਿਲੰਡਰ ਇੰਜਨ, 4 ਸਿਲੰਡਰ ਇੰਜਨ, 5 ਸਿਲੰਡਰ ਇੰਜਨ। ਉਹ ਐਕਚੁਅਲੀ 'ਚ ਕੀ ਆ, ਦੈਟ ਇਜ਼ ਨੰਬਰ ਆਫ ਪਿਸਟਨਸ। ਕੰਮ ਦੀ ਗੱਲ ਸੁਣੋ, ਕੰਮ ਦੀ ਗੱਲ ਇਹ ਆ ਕਿ ਇਹਦੇ ਵਿੱਚ ਪਿਸਟਨ ਜਿਹੜਾ ਲੱਗਿਆ, ਠੀਕ ਆ, ਇਹ ਪਿਸਟਨ ਨੇ ਉੱਪਰ ਥੱਲੇ, ਉੱਪਰ ਥੱਲੇ, ਉੱਪਰ ਥੱਲੇ ਏਦਾਂ ਜਾਣਾ। ਇਹ ਸਿਸਟਮ ਏਦਾਂ ਦਾ। ਇਹਦੇ ਵਿੱਚ ਹੋਲ ਆ, ਠੀਕ ਆ। ਉਹ ਹੋਲ ਕੀ ਆ ਬੇਟਾ, ਜਿੱਦਾਂ ਮੰਨ ਲਓ ਜਦੋਂ ਇਹ ਪਿਸਟਨ ਉੱਪਰ ਨੂੰ ਜਾਊਗਾ, ਅੰਦਰ ਲੋ ਪ੍ਰੈਸ਼ਰ ਡਿਵੈਲਪ ਹੋ ਗਿਆ, ਪਤਾ ਆਪਾਂ ਨੂੰ ਪਿਸਟਨ ਉੱਪਰ ਨੂੰ ਜਾਊਗਾ। ਇੱਕ ਵਾਰ ਆਪਾਂ ਨੂੰ ਚਲਾਉਣਾ ਪੈਂਦਾ, ਗੱਡੀ ਸਟਾਰਟ ਕਰਨੀ ਪੈਂਦੀ ਹੈ ਨਾ, ਇੱਕ ਵਾਰ ਸਾਨੂੰ ਬਾਹਰੋਂ ਇਗਨੀਸ਼ਨ ਦੇਣਾ ਪੈਂਦਾ, ਗੱਡੀ ਸਟਾਰਟ ਕਰਨੀ ਪੈਂਦੀ ਆ, ਠੀਕ ਆ। ਇੱਕ ਵਾਰ ਫਿਊਲ, ਅੱਛਾ, ਜਦੋਂ ਆਪਾਂ ਇਗਨੀਸ਼ਨ ਦੇਣਾ, ਧਿਆਨ ਨਾਲ ਸੁਣੋ ਗੱਲ, ਤਾਂ ਇਹ ਇੱਕੇ ਦਮੇ ਬਾਹਰ ਨੂੰ ਨਿਕਲਿਆ। ਬਾਹਰ ਨੂੰ ਨਿਕਲਣ ਤੋਂ ਬਾਅਦ ਇੱਥੇ ਛੋਟੇ ਛੋਟੇ ਨੋਜ਼ਲਸ ਹੁੰਦੀਆਂ, ਇਹਦੇ ਵਿੱਚ ਨਿੱਕੀਆਂ ਨਿੱਕੀਆਂ, ਬਹੁਤ 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 ਬਰੀਕ ਨੋਜ਼ਲਸ ਬੋਲਦੇ ਉਹਨਾਂ ਨੂੰ, ਹੋਲ ਹੁੰਦੇ ਛੋਟੇ ਛੋਟੇ ਪਿਸਟਨ ਦੇ ਵਿੱਚ। ਉਹ ਜਿਹੜੇ ਹੋਲਸ ਆ ਕਿਸੇ ਵੀ ਪਾਸੇ ਹੋ ਸਕਦੇ, ਡਿਪੈਂਡ ਕਰਦਾ ਕੰਪਨੀ ਕੀ ਚੀਜ਼ ਤਿਆਰ ਕਰ ਰਹੀ। ਉਹ ਹੋਲਸ ਦੇ ਵਿੱਚੋਂ ਜਿਹੜਾ ਫਿਊਲ ਆ, ਫਿਊਲ ਜਿਹੜਾ ਵਰਕਿੰਗ ਸਬਸਟੈਂਸ ਆ, ਉਹਦਾ ਫੁਹਾਰਾ ਨਿਕਲਦਾ, ਠੀਕ ਆ। ਉਹ ਐਡਾ ਮਹੀਨ ਹੁੰਦਾ, ਐਡਾ ਪਤਲਾ, ਮਤਲਬ ਬਰੀਕ ਫੁਹਾਰਾ ਹੁੰਦਾ ਵੀ ਜਸਟ ਲਾਈਕ ਵੈਪਰਸ, ਠੀਕ ਆ। ਫਿਊਲ ਦੇ ਵੈਪਰਸ ਨਿਕਲਦੇ ਆ, ਉਹ ਵੈਪਰਸ ਇੱਥੇ ਆ ਜਾਂਦੇ ਆ, ਓਕੇ। ਜਦੋਂ ਵੈਪਰਸ ਇੱਥੇ ਬਣ ਗਏ, ਇਗਨੀਸ਼ਨ ਮਿਲਦਾ ਇਹਨੂੰ, ਇਹਦੇ ਵਿੱਚੋਂ ਕੀ ਮਿਲਦਾ, ਇਗਨੀਸ਼ਨ, ਜਿਹਨੂੰ ਆਪਾਂ ਬੋਲਦੇ ਆ ਵੀ ਹਾਂ ਗੱਡੀ ਨੂੰ ਚਾਬੀ ਲਾਈ ਹੋਈ ਹੈ ਜੀ, ਇਗਨੀਸ਼ਨ। ਇਗਨੀਸ਼ਨ ਤੋਂ ਬਿਨਾਂ ਵਾਲੇ ਇੰਜਨ ਵੀ ਹੈਗੇ ਆ, ਉਹ ਵੀ ਚੱਲਦੇ ਬਹੁਤ ਵਧੀਆ। ਇਗਨੀਸ਼ਨ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਫਿਊਲ ਆਇਆ ਨਾਲ ਦੀ ਨਾਲ ਉਹਨੂੰ ਅੱਗ ਲੱਗ ਗਈ। ਲਓ ਜੀ, ਉਹਨੂੰ ਅੱਗ ਲੱਗ ਗਈ, ਧੂਆਂ ਬਣਿਆ, ਠੀਕ ਆ। ਹੁਣ ਅੰਦਰ ਪ੍ਰੈਸ਼ਰ ਵੱਧ ਗਿਆ, ਓਕੇ। ਤਾਂ ਕੀ ਹੋਇਆ, ਪਟਾਕਾ ਜਿਹਾ ਪਿਆ ਜ਼ੋਰ ਨਾਲ। ਇਧਰੋਂ ਮਕੈਨੀਕਲ ਸਿਸਟਮ ਦਾ ਸਾਈਕਲ ਕੰਪਲੀਟ ਹੋਇਆ, ਇਹਨੇ ਜ਼ੋਰ ਨਾਲ ਦੱਬਤਾ ਉਹਨੂੰ।
ਜਦੋਂ ਦੱਬਿਆ ਤਾਂ ਆ ਨੋਜ਼ਲਸ ਤਾਂ ਬੰਦ ਹੋ ਗਈਆਂ, ਧੂਏ ਵਾਲੇ ਰਸਤੇ ਖੁੱਲ ਗਏ। ਮੈਂ ਬਲੌਕ ਡਾਇਗਰਾਮ ਬਣਾ ਰਿਹਾ, ਨੋਜ਼ਲਸ ਬੰਦ ਹੋ ਗਈਆਂ ਫਿਊਲ ਵਾਲੀਆਂ, ਤੇ ਧੂਆਂ ਜਿਹੜਾ ਵਿੱਚ ਬਣ ਗਿਆ ਉਹਦੇ ਰਸਤੇ ਖੁੱਲ ਗਏ, ਬਾਹਰ ਨਿਕਲ ਗਿਆ। ਠੀਕ ਹੈ, ਜਦੋਂ ਥੱਲੇ ਨੂੰ ਆਊਗਾ ਧੂਆਂ ਬਾਹਰ ਹੋ ਗਿਆ, ਓਕੇ, ਤੇ ਨਾਲ ਸਾਊਂਡ ਆਊਗੀ। ਠੀਕ ਆ, ਦੈਟ ਇਜ਼ ਫਰੋਮ એનર્ਜੀ। ਐਂ ਕਹ ਲਓ ਵੀ ਜਿਹੜੀ એનર્ਜੀ ਅਸੀਂ ਦਿੱਤੀ ਉਹਦੇ ਵਿੱਚੋਂ ਸਾਊਂਡ ਨਿਕਲਣੀ ਹੈ। ਜਦੋਂ ਦੱਬਿਆ ਗਿਆ, ਫਿਊਲ ਬੰਦ ਹੋ ਗਿਆ, ਧੂਆਂ ਬਾਹਰ ਨਿਕਲ ਗਿਆ, ਫੇਰ ਦੁਬਾਰਾ ਇਹਨੇ ਤਾਂ ਨੂੰ ਚੱਕਤਾ। ਜੋ ਤਾਂ ਨੂੰ ਚੱਕਿਆ, ਧੂਆਂ ਬੰਦ ਹੋ ਗਿਆ, ਆ ਰਸਤੇ ਬੰਦ ਹੋ ਗਏ, ਫਿਊਲ ਨਿਕਲ ਆਇਆ। ਫਿਊਲ ਫਿਰ ਉਹੀ ਗੱਲ ਵੈਪਰਸ ਦੀ ਫਾਰਮ ਚ ਆ ਗਿਆ, ਇਗਨੀਸ਼ਨ ਮਿਲਿਆ। ਹਰ ਵਾਰੀ ਇਹ ਪ੍ਰੋਸੈਸ ਹੁੰਦਾ, ਹਰੇਕ ਸਾਈਕਲ ਤੋਂ ਬਾਅਦ ਇਹ ਖਾਲੀ ਹੋ ਜਾਂਦਾ ਬਾਕਸ, ਜਿਹਦਾ ਮੈਂ ਬੋਲਿਆ ਵਰਕਿੰਗ ਸਬਸਟੈਂਸ ਇਨੀਸ਼ੀਅਲ ਸਟੇਟ ਚ ਆ ਗਿਆ। ਸਮਝ ਆ ਰਹੀ ਗੱਲ? ਹਰ ਵਾਰੀ ਇਹ ਬਾਕਸ ਖਾਲੀ ਹੁੰਦਾ, ਧੂਆਂ ਬਾਹਰ ਨਿਕਲਦਾ, ਹਰ ਵਾਰੀ ਨਵਾਂ ਫਿਊਲ ਜਿਹੜਾ ਆਉਂਦਾ। ਤੇ ਜਿੰਨਾ ਵੱਡਾ ਉਹ ਫਿਊਲ ਦਾ ਸੂਟਾ ਵੱਜੂਗਾ, ਇੰਜਨ ਓਨਾ ਹੀ ਘੱਟ ਤੁਹਾਨੂੰ ਐਫੀਸ਼ੀਐਂਸੀ ਦਿਖਾਊਗਾ, ਮਤਲਬ ਉਹ ਤੇਲ ਜ਼ਿਆਦਾ ਪੀਊਗਾ। ਸਿੰਪਲ ਜੀ ਗੱਲ ਕਹਾਂ, ਵੱਡੀਆਂ ਗੱਡੀਆਂ ਦੇ ਇੰਜਨ ਜ਼ਿਆਦਾ ਤੇਲ ਪੀਂਦੇ, ਛੋਟੀਆਂ ਗੱਡੀਆਂ ਦੇ ਪਿਸਟਨ ਜਿਹੜੇ ਹੁੰਦੇ ਆ, ਠੀਕ ਆ, ਡਿਪੈਂਡ ਕਰਦਾ ਤੁਸੀਂ ਕਿੱਦਾਂ ਦਾ ਇੰਜਨ ਚਲਾਉਣਾ, ਡਿਪੈਂਡ ਕਰਦਾ ਵੀ ਤੁਸੀਂ ਮਕੈਨੀਕਲ ਸਿਸਟਮ ਵੱਡੇ ਨੂੰ ਚਲਾਉਣਾ ਕਿ ਛੋਟੇ ਨੂੰ ਚਲਾਉਣਾ। ਜੇ ਵੱਡਾ ਮਕੈਨੀਕਲ ਸਿਸਟਮ ਆ, ਉਹਦੇ ਵਾਸਤੇ ਫਿਊਲ ਐਫੀਸ਼ੀਐਂਸੀ ਜਿਹੜੀ ਆ ਉਹ ਘਟ ਜੂਗੀ ਤੇ ਫਿਊਲ ਦੀ ਕੰਜ਼ੰਪਸ਼ਨ ਵੱਧ ਜੂਗੀ। ਇਹ ਨਾਰਮਲ ਗੱਲਾਂ ਹੈ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇਹ ਸਾਡੇ ਕੋਲੇ ਬੇਸਿਕਲੀ ਆ ਜਿਹੜੀ ਚੀਜ਼ ਹੈ, ਇਹਨੂੰ ਏਦਾਂ ਸਮਝ ਸਕਦੇ ਆਪਾਂ ਵੀ ਵਰਕਿੰਗ ਸਬਸਟੈਂਸ ਆਪਣੀ ਇਨੀਸ਼ੀਅਲ ਸਟੇਟ 'ਚ ਕਿੱਦਾਂ ਆਉਂਦਾ, ਉਹ ਆਪਾਂ ਏਦਾਂ ਸਮਝ ਸਕਦੇ। ਸਟੋਰੀ ਕਲੀਅਰ ਹੋ ਗਈ ਕਿ ਨਹੀਂ ਹੋਈ? ਜਲਦੀ ਬੋਲਿਓ। ਹਾਂ ਬਾਈ, ਇਹ ਮੇਰੇ ਕੋਲੇ ਕੀ ਹੋਇਆ, ਸਿੰਕ ਸੋਰਸ ਤੋਂ ਹੀਟ ਲਈ, ਵਰਕਿੰਗ ਸਬਸਟੈਂਸ ਨੇ ਵਰਕ ਕੀਤਾ ਤੇ ਇਧਰ ਦੇ ਕੇ, ਇਧਰ ਬਚੀ ਹੋਈ ਹੀਟ ਦੇ ਕੇ ਵਰਕਿੰਗ ਸਬਸਟੈਂਸ ਦੁਬਾਰਾ ਇਨੀਸ਼ੀਅਲ ਸਟੇਟ 'ਚ ਆ ਗਿਆ, ਦੁਬਾਰਾ ਹੀਟ ਲਈ, ਫਿਰ ਵਰਕ ਕੀਤਾ, ਬਚੀ ਹੋਈ ਹੀਟ ਇਧਰ ਰਿਜੈਕਟ ਕੀਤੀ, ਦੁਬਾਰਾ ਫਿਰ ਇਨੀਸ਼ੀਅਲ ਸਟੇਟ 'ਚ ਆ ਗਿਆ। ਇਹੀ ਪ੍ਰੋਸੈਸ ਵਾਰ-ਵਾਰ ਚੱਲੀ ਜਾਣਾ। ਦਿਸ ਇਜ਼ ਹੀਟ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਆਫਟਰ ਈਚ ਸਾਈਕਲ ਦ ਵਰਕਿੰਗ ਸਬਸਟੈਂਸ ਰਿਟਰਨਸ ਟੂ ਇਨੀਸ਼ੀਅਲ ਸਟੇਟ। ਇਹ ਸਾਡਾ ਹੀਟ ਇੰਜਨ, ਇਹੀ ਸਾਈਕਲ ਰਿਪੀਟ ਹੁੰਦੀ ਰਹਿੰਦੀ ਹੈ। ਕਲੀਅਰ ਕਿ ਨਹੀਂ ਕਲੀਅਰ? ਅਗਲੀ ਗੱਲ ਤੇ ਆ ਜਾਓ। ਮੰਨ ਲਓ ਸਪੋਜ਼ ਕਰਦੇ ਆਪਾਂ ਇੱਕ ਛੋਟੀ ਜੀ ਗੱਲ, ਸਪੋਜ਼ ਕਰਦੇ, ਇੱਕ ਮਿੰਟ ਰੁਕੋ, ਮੈਂ ਮਾੜਾ ਜਿਹਾ ਮਾਰਕਰ, ਹਾਂ ਬਈ ਠੀਕ ਆ ਜਾਓ। ਤਾਂ ਇਹਦੇ ਵਿੱਚ ਆਪਾਂ ਸਪੋਜ਼ ਕਰਦੇ ਆ, ਸਪੋਜ਼ ਜਿਹੜੀ ਹੀਟ ਐਕਸਟਰੈਕਟ ਕਰਤੀ ਆਪਾਂ, ਸਪੋਜ਼ Q1 heat, suppose heat extracted from source ਤੋਂ ਕਿੰਨੀ ਹੀਟ ਐਕਸਟਰੈਕਟ ਕੀਤੀ? Q1, ਤੇ ਸਿੰਕ ਨੂੰ ਕਿੰਨੀ ਦਿੱਤੀ? Q2, and heat rejected to sink ਨੂੰ ਜਿਹੜੀ ਹੀਟ ਦਿੱਤੀ ਉਹ Q2 ਆ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਵਰਕ ਕਿੰਨਾ ਹੋਊਗਾ? ਕਿਉਂ ਬਈ? ਵਰਕ ਕਿੰਨਾ ਹੋਊਗਾ? ਵਰਕ ਹੋਊਗਾ Q1 ਮਾਈਨਸ Q2। ਐਕਚੁਅਲੀ ਚ ਰਿਜੈਕਟਡ ਹੀਟ ਨੈਗੇਟਿਵ ਹੁੰਦੀ, ਜਿਹੜੀ ਹੀਟ ਦਿੱਤੀ ਆ ਉਹ ਨੈਗੇਟਿਵ ਹੈ, ਜਿਹੜੀ ਲਈ ਆ ਉਹ ਪੋਜ਼ਿਟਿਵ ਆ। ਓਕੇ, ਤਾਂ ਬਚੀ ਹੋਈ ਹੀਟ ਹੈ ਜਿਹੜੀ ਉਹ ਛੱਡਤੀ, ਤਾਂ ਵਰਕ ਤਾਂ ਇਹਨਾਂ ਦੇ ਡਿਫਰੈਂਸ ਦੇ ਇਕੁਅਲ ਹੀ ਆਊਗਾ ਨਾ। ਇਹ ਜਸਟ ਇੱਕ ਛੋਟੀ ਜੀ ਗੱਲ ਹੈ, ਠੀਕ ਹੈ ਨਾ? ਤੁਸੀਂ ਐ ਲਿਖ ਸਕਦੇ ਵੀ ਦਿਸ ਇਜ਼ ਦ ਨੈਗੇਟਿਵ ਸਾਈਨ and here we can use positive sign। negative sign ਦਾ ਮਤਲਬ ਗਈ ਹੀਟ, positive ਦਾ ਮਤਲਬ ਅਸੀਂ ਹੀਟ ਐਕਸਟਰੈਕਟ ਕੀਤੀ, ਲਈ ਆ। ਤਾਂ ਵਰਕਿੰਗ ਸਬਸਟੈਂਸ ਨੇ ਜਿਹੜੀ ਹੀਟ ਲਈ, that is positive, rejected heat is taken as negative, and work done is equal to, therefore work done in each cycle, ਇੱਕ ਸਾਈਕਲ 'ਚ ਕਿੰਨਾ ਕੰਮ ਹੋਇਆ? ਇੱਕ ਸਾਈਕਲ 'ਚ ਕੰਮ ਹੋਇਆ, ਵਰਕ ਹੋਇਆ, W is equal to Q1 minus Q2, and it is very easy। ਇਹ ਬੜਾ ਆਸਾਨ ਆ, ਪਰ ਪੇਪਰ 'ਚ ਸਵਾਲ ਜਿਹੜਾ ਆਉਂਦਾ ਉਹ ਹੀਟ ਇੰਜਨ ਦੇ ਵਰਕ ਦਾ ਘੱਟ ਆਉਂਦਾ। ਆਪਾਂ ਕਹਾਣੀ ਸਮਝ ਲੈ, ਕਾਫੀ ਸਮਝ ਲਈ ਨਾ। ਹੁਣ ਹੀਟ ਇੰਜਨ ਦੇ ਇਕੱਲੇ ਵਰਕ ਦੀ ਸਟੋਰੀ ਘੱਟ ਆਉਂਦੀ ਆ, ਆਉਂਦੀ ਕਾਹਦੀ? ਐਫੀਸ਼ੀਐਂਸੀ। ਐਫੀਸ਼ੀਐਂਸੀ ਬਹੁਤ ਇੰਪੋਰਟੈਂਟ। ਤਾਂ ਲਿਖੋ ਐਫੀਸ਼ੀਐਂਸੀ ਆਫ ਹੀਟ ਇੰਜਨ, ਐਰੋ ਲਾ ਕੇ ਲਿਖੋ ਐਫੀਸ਼ੀਐਂਸੀ, ਐਫੀਸ਼ੀਐਂਸੀ ਆਫ ਹੀਟ ਇੰਜਨ। ਤਾਂ ਬੇਸਿਕਲੀ ਐਫੀਸ਼ੀਐਂਸੀ ਜੇ ਪੰਜਾਬੀ 'ਚ ਕਹੀਏ ਤਾਂ ਤੁਸੀਂ ਮੰਨ ਲਓ ਵੀ 20 ਨੰਬਰ ਦਾ ਪੜ੍ਹਿਆ, ਤੁਹਾਡਾ ਟੈਸਟ ਆ, ਤੁਸੀਂ 20 ਮਾਰਕਸ ਦਾ ਕੰਮ ਯਾਦ ਕੀਤਾ, ਤੇ ਜਦੋਂ ਤੁਹਾਡੇ ਨੰਬਰ ਆਏ 10 ਨੰਬਰ ਆਏ, ਤਾਂ ਤੁਹਾਡੀ ਐਫੀਸ਼ੀਐਂਸੀ ਕਿੰਨੀ ਹੋਈ ਬਈ? ਕਿੰਨੇ % ਹੋਈ? ਤਾਂ ਤੁਸੀਂ ਕਹੋਗੇ ਜੀ 50%। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਆਹੀ ਐਫੀਸ਼ੀਐਂਸੀ ਹਰੇਕ ਚੀਜ਼ ਤੇ ਅਪਲਾਈ ਹੁੰਦੀ ਆ, ਠੀਕ ਆ? ਫॉर एग्जांपल ਮੇਰੇ ਕੋਲੇ 20 ਸਟੂਡੈਂਟਸ ਪੜ੍ਹ ਰਹੇ ਆ, ਤੇ ਜਦੋਂ ਰਿਜ਼ਲਟ ਆਇਆ ਤਾਂ 20 ਦੇ ਵਿੱਚੋਂ 15 ਤਾਂ ਹੋ ਗਏ ਪਾਸ, 5 ਹੋ ਗਏ ਫੇਲ, ਮੰਨ ਲਓ, ਠੀਕ ਆ? ਤਾਂ ਮੇਰੀ ਐਫੀਸ਼ੀਐਂਸੀ 75% ਆ ਗਈ।
ओके 5 फेल हो गए भी मैं की करा, नहीं पढ़ते, ठीक है, या मेरे च कोई कमी रहेगी। तो जस्ट इन्नी क गल है, होर कुछ आ जाओ। एफिशिएंसी ऑफ हीट इंजन जिहड़ा आ वो की आ बेसिकली, जे मैं हुण देखो नंबर वाली गल चलाउने आ, मार्क्स आए 10, ठीक है, टोटल किन्ने सी 20, तो मेरे को आंसर आ गया 1/2 यानी कि 0.5 मल्टीप्लाई बाय 100 कर दूंगा, परसेंटेज एफिशिएंसी आ जाओ। सेम फंडा मैं इत्थे लाउणा, एफिशिएंसी कितनी है, इट इज इक्वल टू उपर मार्क आई, समझ आ रही गल कि नहीं, आई किन्ने, ਇਹਦਾ मतलब ਇਹਨੇ ਹੀਟ ਨੈਟ ਯੂਜ਼ ਕਿੰਨੀ ਕੀਤੀ ਆ, ਇਹਦਾ मतलब ਕੀ ਆ, ਇਹਨੇ ਹੀਟ ਦੇਖੋ ਲਈ ਤਾਂ Q1 ਸੀ, ਪੜਿਆ ਤਾਂ ਬੱਚਾ 20 ਨੰਬਰਾਂ ਦਾ ਸੀ, ਪਰ ਆਏ 10, ਹੀਟ ਲਈ ਤਾਂ Q1 ਸੀ, ਪਰ ਉਹ ਤੋਂ ਵਰਤੀ ਕਿੰਨੀ, ਵਰਤੀ Q1 - Q2, यानी कि used heat net amount of used heat, and this one is net amount of extracted heat, so we have to take ratio only, that's it। और a Q1 - Q2 किदे इक्वल है, this is equal to work done, work done दे इक्वल है, तो जिदा मर्जी याद कर लो, work done by working substance divide by net heat, sorry total heat extracted, या एब्जॉर्ब्ड लिख लो, एको गल ही है, एब्जॉर्ब फ्रॉम सोर्स, ये टोटल आ, आप इनू एवं ही लिख सकते हैं, ईटा इज इक्वल टू वर्क डन किहदे इक्वल आ, आप इनू एवं ही लिख सकते हैं, वर्क डन हैगा नेट हीट एब्जॉर्ब, देखो Q1 ਲਈ ਸੀ, Q2 ਛੱਡੀ ਵੀ ਆ, ਤਾਂ ਨੈਟ ਕਿੰਨੀ ਰਹਿ ਗਈ ਇਹਦੇ ਕੋਲੇ, Q1 - Q2, ਇੱਥੇ ਭੁਲੇਖਾ ਨਾ ਖਾ ਜਿਓ, ਉੱਪਰ ਲਿਖਣਾ ਨੈਟ ਹੀਟ absorbed by net heat absorbed by working substance, working substance ने net heat कितनी absorb की upon total heat absorbed ही पाता from source तो कितनी total heat absorb की, ये रेशो आ बेटा, नेट हीट वर्क डन दे इक्वल आ, ये गल पल्ले बन लियो, ठीक है, तो ईटा किहदे इक्वल आ गया तुहाडा, नेट हीट वर्क डन दे इक्वल आ, तो तुहाडे कोले ईटा जिहड़ा आ गया, यानी कि एफिशिएंसी ऑफ हीट इंजन दैट इज इक्वल टू, वो आ गया मेरे कोले नेट हीट आ गई बेटा वर्क डन अपॉन एब्जॉर्ब की Q1, या ये आ गई ईटा इज इक्वल टू Q1 - Q2 अपॉन Q1, ਇਹ ਬੇਟਾ ਤੁਹਾਡੇ ਕੋਲੇ ਈਟਾ, ਹੁਣ ਇਹਨੂੰ ਇਦਾਂ ਯਾਦ ਕਰ ਲਓ, ਤੁਸੀਂ ਇਹਨੂੰ ਇਦਾਂ ਯਾਦ ਕਰ ਲਓ, ਜਿੱਦਾਂ ਮਰਜ਼ੀ ਯਾਦ ਕਰ ਲਿਆ, ਐਜ਼ ਯੂ ਵਿਸ਼, ਮੈਨੂੰ ਪੂਰੀ ਉਮੀਦ ਹੈ ਤੁਹਾਡੇ ਕਲੀਅਰ ਆਈ ਗੱਲ, ਜੇ ਕਿਸੇ ਨੂੰ ਨਹੀਂ ਸਮਝ ਆਇਆ ਪੁੱਛ ਲਓ, ਬੋਲੋ ਬੱਚੇ, ਕਲੀਅਰ, ਗੁਰਨੂਰ ਸਮਝ ਆ ਗਿਆ ਬੇਟਾ, यस सर, ਮਨਵੀਰ, यस सर, ਓਕੇ ਚਲੋ ਆ ਜਾਓ, ਚਲੋ ਕੰਮ ਦੀ ਗੱਲ ਕਰੋ, ਈਟਾ ਕਿਹਦੇ ਇਕੁਅਲ ਆਇਆ, ईटा is equal to 1 - Q2 by Q1, this is also the answer, ये भी साडा आंसर आ। मैं इत्थे गल होर क्लियर कर, एक नोट लिखो साइड ते, वैसे दा प्रूफ करना है जिहड़े आपां वो आपां कार्नट साइकिल च करते हैं, ठीक है, एक नोट लिखो साइड ते, बट इट इज 100% ट्रू, और एक काम बहुत आउंदा साडे, ध्यान नाल सुन लिओ, ना तां मैनूं ऐ पता होवे सवाल च भी Q1 किन्ना, हीट लई किन्नी, ना मैनूं ये पता होवे भी हीट रिजेक्ट किन्नी कीती, पर मैनूं ये पता होवे कि सोर्स का टैंपरेचर कितना ते सिंक का टैंपरेचर कितना, तो मैं चाहना भी ईटा की वैल्यू इन टर्म्स ऑफ टैंपरेचर आ जाए, ठीक है, समझ आ रही है, असी चाहते हैं भी ईटा इन टर्म्स ऑफ टैंपरेचर T1 एंड T2, दैट्स इट, ਉਹਦੇ ਵਾਸਤੇ ਇੱਕ ਰਿਲੇਸ਼ਨ ਆ ਜਿਹੜਾ ਕਿ ਕਾਰਨਟ ਸਾਈਕਲ ਚ ਪ੍ਰੂਵ ਕੀਤਾ ਜਾਂਦਾ ਉਹਦੀ ਐਫੀਸ਼ੀਐਂਸੀ ਦੇ ਵਿੱਚ, ਉਹ ਮੈਂ ਜਸਟ ਇੱਥੇ ਪਹਿਲਾਂ ਹੀ ਨੋਟ ਕਰਵਾ ਦੇਣਾ ਤੁਹਾਨੂੰ, ਠੀਕ ਆ, ਉਹ ਕੀ ਆ, ਉਹ ਹੈਗਾ ਵੀ ਜਿਹੜਾ Q1 upon Q2 ਹੁੰਦਾ ਨਾ, ਹੀਟ ਦਾ ਰੇਸ਼ੋ, heat taken and heat rejected the ratio, that must be equal to the ratio of temperatures of source and sink, sink ਦਾ temperature ਹੈਗਾ T1, sorry source ਦਾ temperature T1 ਹੈ, sink ਦਾ T2, and Q1 Q2 ratio is just equal to the ratio of T1 and T2, ਜੇ ਨਹੀਂ ਸਮਝ ਆਇਆ ਪੁੱਛ ਲਓ, ਜਲਦੀ ਬੋਲੋ, Q1 Q2 ਦਾ ਰੇਸ਼ੋ T1 T2 ਦੇ
ਰੇਸ਼ੋ ਦੇ ਇਕੁਅਲ ਹੁੰਦਾ। ਦਿਸ ਇਜ਼ ਇੰਪੋਰਟੈਂਟ ਵਨ। ਬਹੁਤ ਸਾਰੇ ਨਿਊਮੈਰੀਕਲ ਤੁਹਾਡੇ ਇਸ ਰੇਸ਼ੋ ਨਾਲ ਹੋਣਗੇ, ਇਸੇ ਰੇਸ਼ੋ ਨਾਲ ਹੀ ਹੋ ਜਾਣਗੇ, ਇਹਦੇ ਨਾਲ ਹੀ ਹੋ ਜੂ ਸਵਾਲ। ਐਫੀਸ਼ੀਐਂਸੀ ਤੱਕ ਜਾਣ ਦੀ ਵੀ ਨਹੀਂ ਲੋੜ ਪੈਂਦੀ ਕਈ ਵਾਰ। ਸੋ we can write it as, ਅਸੀਂ ਕਿੱਦਾਂ ਲਿਖ ਸਕਦੇ ਹਾਂ ਇਹਨੂੰ, 1 minus T2 by T1. ਸੋ ਦਿਸ ਇਜ਼ ਆਲਸੋ ਅ ਰਿਜ਼ਲਟ। ਇਹ ਵੀ ਸਾਡਾ ਇੱਕ ਰਿਜ਼ਲਟ ਹੈ ਈਟਾ। ਕਿੱਥੋਂ? ਇੱਥੋਂ ਯੂਜ਼ ਕੀਤਾ, ਯੂਜ਼ਿੰਗ ਦਿਸ ਵਨ, ਯੂਜ਼ਿੰਗ ਹੇਅਰ। ਅਸੀਂ ਇੱਥੇ ਇਹਦਾ ਯੂਜ਼ ਕੀਤਾ ਤਾਂ ਮੇਰੇ ਕੋਲੇ ਆ ਚੀਜ਼ ਆ ਗਈ 1 minus T2 by T1, 1 minus T2 by T1, ਠੀਕ ਹੈ ਨਾ। this is eta, this is also eta। ਹੁਣ percentage eta multiplied by 100, ਠੀਕ ਆ। ਨਾਲ ਹੀ ਲਿਖ ਲਿਓ and eta percent is equal to 1 minus Q2 by Q1 into 100% is equal to 1 minus T2 by T1 into 100%। ਇਹ ਤੁਸੀਂ ਧਿਆਨ ਰੱਖਣਾ, this is efficiency। efficiency ਦਾ ਮਤਲਬ ਹੁੰਦਾ ਕਿ ਹੀਟ ਇੰਜਨ ਨੇ ਕਿੰਨਾ ਤੇਲ ਪੀਤਾ ਜਾਂ ਕਿੰਨੀ ਹੀਟ ਲਈ ਤੇ ਕਿੰਨੀ ਉਹ ਚ ਵਰਤੀ, ਉਹਦਾ ਰੇਸ਼ੋ ਆ। ਵਰਤੀ ਡਿਵਾਈਡ ਬਾਈ ਕਿੰਨੀ ਟੋਟਲ ਹੀਟ ਉਹਨੇ ਲਈ ਆ। ਪੰਜਾਬੀ ਚ ਜੇ ਗੱਲ ਕਰੀਏ ਤਾਂ ਜਿਹੜਾ ਆਪਾਂ ਬੋਲੀਏ ਵੀ ਇਹਦੀ ਮਾਈਲੇਜ ਕਿੰਨੀ ਆ ਕਿਸੇ ਇੰਜਨ ਦੀ, ਜੋ ਜ਼ਿਆਦਾ ਆ ਮਾਈਲੇਜ, ਫੋਰ ਐਗਜ਼ਾਮਪਲ ਮੰਨ ਲਓ ਬਾਈਕ ਆ ਕੋਈ, ਉਹਦੀ ਐਫੀਸ਼ੀਐਂਸੀ ਉਹਦੀ ਜੇ ਮੰਨ ਲਓ ਮਾਈਲੇਜ 20 ਜਿਹੜਾ ਹੈਗਾ ਨਾਰਮਲ ਬਾਈਕ ਜਿਹੜੀ ਹੈਗੀ ਉਹਦੀ ਮੰਨ ਲਓ ਵੀ 60 ਕਿਲੋਮੀਟਰ ਪਰ ਆਵਰ ਦੀ ਉਹਦੀ 60 ਕਿਲੋਮੀਟਰ ਪਰ ਲੀਟਰ ਦੀ ਉਹਦੀ ਜਿਹੜੀ ਹੈਗੀ ਮਾਈਲੇਜ। ਇਹਦਾ ਮਤਲਬ ਇਹ ਵੀ ਉਹਦੀ ਐਫੀਸ਼ੀਐਂਸੀ ਜ਼ਿਆਦਾ ਐਜ਼ ਕੰਪੇਅਰ ਟੂ ਬੁਲਟ। ਹੁਣ ਬੁਲਟ ਲੈ ਆਓ ਇੱਕ ਹੀਰੋ ਹੋਂਡਾ, ਤਾਂ ਬੁਲਟ ਨੇ ਤਾਂ 20 ਕਿਲੋਮੀਟਰ ਟਪਾਉਣੇ, 25 ਕਿਲੋਮੀਟਰ ਲੀਟਰ ਤੇ ਮਸਾ ਲੰਘਾਊਗਾ, ਠੀਕ ਆ। ਜੇ ਹੀਰੋ ਹੋਂਡਾ ਚੱਕ ਕੇ ਲਿਆਵਾਂਗੇ ਆਪਾਂ, ਉਹਦਾ ਇੰਜਨ ਛੋਟਾ ਬਈ, ਉਹਦੀ ਐਫੀਸ਼ੀਐਂਸੀ ਜਿਹੜੀ ਵਧਣੀ ਆ ਆਟੋਮੈਟਿਕਲੀ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਬਸ ਗੱਲ ਇਹ ਨਹੀਂ, ਉਹ ਇੱਕ ਅਲੱਗ ਚੀਜ਼ ਹੈ, ਦੈਟ ਇਜ਼ ਅ ਡਿਫਰੈਂਟ ਕਾਈਂਡ ਆਫ ਮਕੈਨੀਕਲ ਸਿਸਟਮ। ਅਸੀਂ ਫਿਲਹਾਲ ਇਕੱਲੇ ਹੀਟ ਇੰਜਨ ਦੀ ਗੱਲ ਕਰ ਰਹੇ ਹਾਂ। ਹਾਂ, ਅਸੀਂ ਉਹ ਐਗਜ਼ਾਮਪਲ ਲੈ ਸਕਦੇ ਹਾਂ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਵਾਸਤੇ। ਸੋ ਦਿਸ ਇਜ਼ ਐਫੀਸ਼ੀਐਂਸੀ। ਮੈਨੂੰ ਪੂਰੀ ਉਮੀਦ ਆ ਤੁਹਾਡੇ ਕਲੀਅਰ ਹੋ ਗਿਆ। ਜੇ ਕਿਸੇ ਨੂੰ ਇਹਦੇ ਵਿੱਚ ਨਹੀਂ ਕੋਈ ਕਲੀਅਰ ਤਾਂ ਪੁੱਛ ਲਓ ਬਈ, ਜਲਦੀ ਬੋਲੋ। ਫਿਰ ਰੈਫਰੀਜਰੇਟਰ ਕਰੀਏ। ਰੈਫਰੀਜਰੇਟਰ ਲਿਖੋ। ਰੈਫਰੀਜਰੇਟਰ, ਜੇ ਤੁਹਾਡੇ ਹੀਟ ਇੰਜਨ ਸਮਝ ਆ ਗਿਆ ਤਾਂ ਰੈਫਰੀਜਰੇਟਰ ਤੁਹਾਨੂੰ ਮਿੰਟ ਚ ਸਮਝ ਆ ਜਾਣਾ। ਦੇਖੋ ਰੈਫਰੀਜਰੇਟਰ ਕੀ ਆ? ਰੈਫਰੀਜਰੇਟਰ ਇੱਕ ਏਦਾਂ ਦੀ ਮਸ਼ੀਨ ਆ ਜਿਹੜੀ ਕੋਲਡ ਬਾਡੀ ਤੋਂ ਹੌਟ ਬਾਡੀ ਵੱਲ ਨੂੰ ਹੀਟ ਦਾ ਟ੍ਰਾਂਸਫਰ ਕਰਨ ਦੇ ਕੰਮ ਆਉਂਦੀ ਆ। ਦੇਖੋ ਹੌਟ ਟੂ ਕੋਲਡ ਤਾਂ ਟ੍ਰਾਂਸਫਰ ਆਪਣੇ ਆਪ ਹੋ ਜਾਂਦਾ, ਚਾਹ ਪਈ ਆ ਆਪਣੇ ਆਪ ਠੰਡੀ ਹੋ ਜੂ। ਪਰ ਜੇ ਮੈਂ ਕਹਾਂ ਕਿ ਚਾਹ ਪਈ ਆ ਔਰ ਉਹ ਪਈ ਉਬਲਣ ਲੱਗ ਜਾਵੇ, ਇਹ ਚੀਜ਼ ਪੋਸੀਬਲ ਹੈ ਨਹੀਂ। ਉਹਦੇ ਵਾਸਤੇ ਸਾਨੂੰ ਬਾਹਰੋਂ ਕੁਛ ਨਾ ਕੁਛ ਹੀਟ ਦੇਣੀ ਪਊਗੀ। ਸਮਝ ਆ ਰਹੀ ਗੱਲ? ਤਾਂ ਰੈਫਰੀਜਰੇਟਰ ਇੱਕ ਏਦਾਂ ਦੀ ਡਿਵਾਈਸ ਆ ਜਿਹੜੀ ਕਿ ਕੋਲਡ ਬਾਡੀ ਟੂ ਹੌਟ ਬਾਡੀ ਹੀਟ ਦਾ ਟ੍ਰਾਂਸਫਰ ਕਰ ਦਿੰਦੀ ਆ। ਆਪਣੇ ਆਪ ਨਹੀਂ ਹੁੰਦਾ ਹੀਟ ਦਾ ਟ੍ਰਾਂਸਫਰ, ਉਹਦੇ ਵਾਸਤੇ ਇਹ ਡਿਵਾਈਸ ਜਿਹੜੀ ਆ ਇਹ ਐਕਸਟਰਨਲ ਵਰਕ ਦੀ ਹੈਲਪ ਲੈਂਦੀ ਹੈ, ਬਾਹਰੋਂ ਵਰਕ ਕਰਵਾਉਂਦੀ ਆ। ਕੀ ਕਰਾਉਂਦੀ? ਬਾਹਰੋਂ ਵਰਕ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਬਾਹਰੋਂ ਵਰਕ ਕਰਵਾਉਂਦੀ ਆ। ਕਿੱਦਾਂ ਵਰਕ ਕਰਵਾਉਂਦੀ ਆ ਹੁਣੇ ਸਮਝਾ ਦਿੰਦਾ ਤੁਹਾਨੂੰ, ਲਿਖ ਦਿਓ। ਇਟ ਇਜ਼ ਅ ਡਿਵਾਈਸ which transfers heat from cold body to hot body, which transfers heat from cold body to hot body, cold to hot body, from cold body to hot body with the help of external work done, with the help of an external work done by some agency, with the help of external work done by some agency। ਕੋਈ ਏਜੰਸੀ ਦਾ ਮਤਲਬ ਕੋਈ ਵੀ ਚੀਜ਼ ਹੋਵੇ ਜਿਹੜੀ ਕਿ ਉਹ ਤੇ ਵਰਕ ਕਰ ਦੇਵੇ। ਜਿੱਦਾਂ ਰੈਫਰੀਜਰੇਟਰ ਆਪਣੇ ਘਰੇ ਫ੍ਰਿਜ ਪਈ ਜਿਹੜੀ, ਉਹ 'ਚ ਕੰਪਰੈਸਰ ਨਾਮ ਦੀ ਚੀਜ਼ ਹੁੰਦੀ ਹੈ, ਬੈਕ ਸਾਈਡ ਤੇ ਦੇਖੋਗੇ ਤੁਸੀਂ, ਜਿਹਦੇ 'ਚ ਗੈਸ ਭਰੀ ਹੁੰਦੀ ਹੈ, ਠੀਕ ਆ। ਉਹ ਕੰਪਰੈਸਰ ਹੀ ਮੇਨ ਹੁੰਦਾ, ਜੇ ਉਹ ਖਰਾਬ ਹੋ ਜਾਵੇ ਸਮਝ ਲਓ ਰੈਫਰੀਜਰੇਟਰ ਗਈ। ਤਾਂ ਉਹ ਕੰਪਰੈਸਰ ਜਿਹੜਾ ਹੈਗਾ ਉਹਨੇ ਵਰਕ ਕਰਨਾ, ਠੀਕ ਆ। ਉਹ ਵਰਕ ਕਰਦਾ ਹੈਗਾ ਔਰ ਉਹਦੇ ਕੀਤੇ ਹੋਏ ਵਰਕ ਜਿਹੜਾ ਹੈਗਾ ਉਹਦੀ ਹੈਲਪ ਨਾਲ ਅੰਦਰੋਂ ਹੀਟ, ਠੰਡੀ ਬੋਡੀ ਚੋਂ ਹੀਟ ਕੱਢ ਕੇ ਰੈਫਰੀਜਰੇਟਰ ਬਾਹਰ ਜ਼ਿਆਦਾ ਟੈਂਪਰੇਚਰ 'ਚ ਕੱਢ ਦਿੰਦੀ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਰੈਫਰੀਜਰੇਟਰ ਦੇ ਜਿਹੜੇ ਮੇਨ ਪਾਰਟਸ ਆ ਉਹੀ 3 ਆ। ਕਿਹੜੇ ਕਿਹੜੇ ਮੇਨ ਪਾਰਟਸ? ਕਿਹੜੇ ਕਿਹੜੇ ਆ ਮੇਨ ਪਾਰਟਸ? ਪਹਿਲਾ ਪਾਰਟ ਆ ਬੇਟਾ ਸੋਰਸ। ਹੁਣ ਇਹਦੇ ਵਿੱਚ ਸੋਰਸ ਕੌਣ ਆ? ਦੂਜਾ ਪਾਰਟ ਆ ਸਿੰਕ। ਇਹ ਬੜੀ ਇੰਪੋਰਟੈਂਟ ਚੀਜ਼ ਆ। ਸਿੰਕ ਕੌਣ ਆ? ਸਿੰਕ ਸੋਰਸ ਹੈਗਾ ਹੌਟ ਬਾਡੀ,
ठीक है हॉट बॉडी ते सिंक की हुंदी आ सिंक हुंदी आ कोल्ड बॉडी ਇਹਦਾ मतलब ਰੈਫਰੀਜਰੇਟਰ ने हीट ਨੂੰ सिंक तो सोर्स ਵੱਲ ਨੂੰ ਲੈ ਕੇ ਜਾਣਾ समझ आ रही है सिंक तो हीट ਕੱਢਣੀ है ते सोर्स ਨੂੰ ਦੇਣੀ है ओके आ हॉट बॉडी आ सिंक कोल्ड बॉडी आ तीसरा हो गया वर्किंग सबसटेंस ਤੇ वर्क ਜਿਹੜਾ वर्किंग सबसटेंस ਉਹ मटीरियल आ ठीक है जिन्हें इधरों हीट इधर ਕੱਢ ਕੇ ਦੇਣੀ है ਤਾਂ ਜਿਹੜਾ वर्क ਹੋਊਗਾ ਅੱਗੇ वर्किंग सबसटेंस खुद करता ਸੀ ਹੁਣ वर्किंग सबसटेंस ਤੇ वर्क ਹੋਊਗਾ ਬਾਹਰੋਂ कौन करूगा कंप्रेसर करूगा या कोई ना कोई होर कोई चीज बाहरों ਜਿਹੜੀ ਇਹਦੇ ਤੇ वर्क करूगी ठीक है वर्किंग सबसटेंस ठीक है this is the material which helps to transfer heat from this cold body to this hot body ठीक है it is a material which transfers heat from sink to source ਪੁੱਠਾ ਕੰਮ ਚੱਲਿਆ ठीक है ਇਹਦਾ ਮਤਲਬ ਇਹ ਹੋਇਆ ਕਿ ਰੈਫਰੀਜਰੇਟਰ is reciprocal of heat engine ਇਹ ਕੀ ਆ ਰੈਫਰੀਜਰੇਟਰ ਕੌਣ ਆ ਇਹ ਹੈਗਾ reciprocal ਸਿੰਪਲ ਲੈਂਗੁਏਜ ਬੋਲੀਏ of heat engine ਬੇਟਾ ਇਹ ਹੀਟ ਇੰਜਨ ਦਾ reciprocal ਆ ਤੁਸੀਂ ਇਦਾਂ ਸਮਝੋ reciprocal ਆ ਹੀਟ ਇੰਜਨ ਦਾ ਪੰਜਾਬੀ ਚ ਜੇ ਗੱਲ ਕਰੀਏ this is reciprocal of heat engine ਨੋਟ ਹੋ ਗਿਆ वर्किंग सबसटेंस भी हो गया कोल्ड बॉडी होगी हॉट बॉडी टेंपरेचर वही ਜਿਹੜਾ ਪਹਿਲਾਂ ਸੀ हॉट बॉडी ਦਾ ਟੈਂਪਰੇਚਰ T1 कोल्ड बॉडी ਦਾ ਟੈਂਪਰੇਚਰ T2 ਅਸੀਂ ਇਧਰੋਂ ਹੀਟ ਕੱਢ ਕੇ ਇੱਧਰ ਦੇਣੀ ਆ वर्किंग सबसटेंस ਦੀ ਹੈਲਪ ਨਾਲ ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ ਤਾਂ ਬਲੌਕ ਡਾਇਗਰਾਮ ਬਣਾਵਾਂਗੇ ਤਾਂ ਬਲੌਕ ਡਾਇਗਰਾਮ ਦੇ ਵਿੱਚ ਕੀ ਚੇਂਜ ਆਊਗਾ ਦੇਖਿਓ ਧਿਆਨ ਦੇ ਨਾਲ ਬਲੌਕ ਡਾਇਗਰਾਮ 'ਚ ਮੈਂ ਕੀ ਕੀਤਾ ਸੀ ਦੇਖੋ ਅੱਛਾ ਇੱਕ ਗੱਲ ਹੋਰ ਸੋਰਸ ਕੌਣ ਆ ਹॉट बॉडी ਟੈਂਪਰੇਚਰ ਇਹਦਾ T1 ਟੈਂਪਰੇਚਰ T1 और एक कौन नॉर्मल जे आप घरे फ्रिज की गल करिए तो हॉट बॉडी सराउंडिंग कमरे का वो फ्रिज के आला दुआला सराउंडिंग्स ऑफ रेफ्रिजरेटर इट इज सराउंडिंग्स ऑफ रेफ्रिजरेटर ये रेफ्रिजरेटर का सराउंडिंग्स आला दुआला है सिंक कौन सिंक कोल्ड बॉडी है कोल्ड हुण देखो ठंड कित्थे हुंदी है फ्रिज के अंदर हुंदी है कि बाहर हुंदी है जल्दी बोलियो ठंड कित्थे हुंदी है भी जसलीन ठंड फ्रिज के अंदर हुंदी कि बाहर हुंदी है जसलीन सौंगी मश बोल सर अंदर हुंदी है गुड ता कोल्ड बॉडी टेंपरेचर T2 ये किया इट इज इनर कंटेंट ऑफ रेफ्रिजरेटर या इनर स्टफ अंदर वाला स्टफ जिहड़ा ਉਹਦੇ ਵਿੱਚ ਪਿਆ ਫॉर एग्जांपल ਉਹਦੇ ਅੰਦਰ ਆਪਾਂ ਖੀਰ ਰੱਖੀ ਹੋਈ ਆ ਹਨਾ ਜਾਂ ਦੁੱਧ ਰੱਖਿਆ ਹੋਇਆ ਉਹ ਕੀ ਆ ਉਹ ਸਿੰਕ ਦਾ ਕੰਮ ਕਰ ਰਿਹਾ ਇਨਰ ਕੰਟੈਂਟ ਆਫ ਰੈਫਰੀਜਰੇਟਰ ਜਿਹਨੂੰ ਨਹੀਂ ਸਮਝ ਆਇਆ ਪੁੱਛ ਲਿਓ ਮਤਲਬ ਅਸੀਂ ਹੀਟ ਹੁਣ ਅੰਦਰੋਂ ਬਾਹਰ ਕੱਢਣੀ ਹੈ ਓਕੇ ਆ ਜਾਓ ਆ ਸਿੰਕ ਆ ਤਾਂ ਸਿੰਕ ਤੋਂ ਹੀਟ ਬਾਹਰ ਕੱਢਣੀ ਆਪੇ ਨਹੀਂ ਬਾਹਰ ਨਿਕਲਦੀ वर्किंग सबसटेंस तो हीट अपने आप बाहर नहीं निकलती दिस इज वर्किंग सबसटेंस पिछली बार वर्किंग सबसटेंस ने हीट ले ली सी उधरों क्योंकि सौखी मिलती सी वो दिंदा सी हीट एक कोल्ड बॉडी टू हॉट ट्रांसफर करनी है ते एक बार वर्किंग सबसटेंस ते पहला तां असीं बाहरों वर्क कीता ध्यान नाल सुणियो आ कंप्रेसर दी हेल्प नाल वर्क कीता इधर नूं वर्क कीता अगे बाहर नूं वर्क सी हुण अंदर नूं दिस इज वर्क डन ऑन द वर्किंग सबसटेंस work is done on the working substance ਤੇ ਆ वर्क होया W कितना वर्क होया W ਇਹ ਕੀਤਾ ਬਾਹਰੋਂ ਕਿੰਨੇ ਕੀਤਾ नॉर्मल लैंग्वेज ਦੇ ਵਿੱਚ कंप्रेसर ने ਕੀਤਾ कंप्रेसर ने वर्क ਕੀਤਾ वर्क करके इधरों हीट ਕੱਢ ਲਈ कितनी हीट ਕੱਢ ਲਈ Q1 सॉरी 19 लिखांगे जिन्नी ਅੱਗੇ ਲਿਖੀ ਸੀ ਅੱਗੇ Q2 ਰਿਜੈਕਟ ਕੀਤੀ ਸੀ ਹੁਣ Q2 ਇਧਰੋਂ ਕੱਢ ਲੈਣੇ ਆ ਯਾਦ ਰੱਖਿਓ ਹੁਣ ਇਹ ਚੀਜ਼ ਭੁੱਲਿਓ ਨਾ ਭੁੱਲ ਗਏ ਤਾਂ ਪੰਗਾ ਪੈ ਜਾਣਾ ਹੁਣ Q2 ਹੀਟ ਜਿਹੜੇ ਐਕਸਟ੍ਰੈਕਟ ਕੀਤੀ ਸਿੰਕ ਤੋਂ ਠੰਡੀ ਬੋਡੀ ਚੋਂ ਹੋਰ ਹੀਟ ਕੱਢਣੀ ਠੀਕ ਹੈ ਨਾ ਤੇ ਕਿੱਧਰ ਦੇਤੀ ਸੋਰਸ ਨੂੰ ਦੇਤੀ ਠੀਕ ਹੈ ਹੁਣ ਸੋਰਸ ਨੂੰ ਜਿਹੜੀ Q1 ਦਿੱਤੀ ਦੇਖੋ ਵਰਕ ਕਰਕੇ Q2 ਬਾਹਰ ਕੱਢੀ ਆ ਦੋਨੇ ਐਡ ਹੋ ਕੇ ਇਹਨੂੰ ਜਾਣਗੇ ਤਾਂ Q1 ਕਿਹਦੇ ਇਕੁਅਲ ਆਊਗਾ ਇਹ ਆਊਗਾ W plus Q2 ਦੇ ਆ ਵਰਕ ਤੇ ਆ ਹੀਟ ਇਹ ਦੋਨੋਂ ਦਾ ਸਮ Q1 ਦੇ ਇਕੁਅਲ ਹੋਊਗਾ स्टोरी समझ आ रही कि नहीं आ रही ठीक है ना यानी कि जे बेसिक जी लैंग्वेज में गल करा एक साइकिल इत्थे कंप्लीट हो जू वर्किंग सबसटेंस इनिशियल स्टेट से वापस आ जाऊगा
फिर कंप्रैसर की हैल्प नाल वर्क करांगे, इथों हीट कड्डांगे, फिर इधर हीट दित्ती, यही साइकिल वार वार चलता रहूगा ते रैफ्रीजरेटर आपका काम करती रहूगी। समझ आ रही गल? वर्किंग सबसटेंस हो गया, एरो ला के लिख दो, लिखियो when work is done on the working substance, लिखियो when work is done on the working substance, when work is done on the working substance by external agency like compressor, by external agency like compressor, then it extract heat Q2, it extract heat Q2 from sink, sink to Q2 heat इन्हें खिंची, it extracts heat Q2 from sink and rejects a greater amount of heat, वधी हुई heat reject करूंगा and rejects a greater amount of heat to source, brackets पा लो surroundings, rejects greater amount of heat to source और ब्रैकेट लिख लो सराउंडिंग्स, आले दुआले नूं ज्यादा हीट ट्रांसफर कर, अंदरों हीट कढ़ के बाहर ट्रांसफर कर। समझ आ रही गल कि नहीं? यही रीजन आ बई जे सर्दियों के दिनों के कमरे दे विच आपां बैठे हैं और उत्थे रैफ्रीजरेटर पिया, एक बड़ा सिंपल जिहा एग्जांपल देवां तुहानूं, वो रैफ्रीजरेटर हीटर का काम कर रहा, वो की कर रहा, अंदरों हीट कढ़ कढ़ के तुहानूं देई जांदा बाहर। समझ आ रही गल कि नहीं आ रही? अंदरों हीट कढ़दा ते बाहर दे दिंदा। अंदर मान लो गर्म दुध रखता आपां ने, तो गर्म दुध की सारी हीट उन्हें अंदरों कढ़ के सानूं दे देनी बाहर, वो कमरे दे विच पहुंच जानी ते रूम नूं गर्म करन दा काम करदा रैफ्रीजरेटर। मतलब रैफ्रीजरेटर एक बड़ा अच्छा हीटर है बेटा, बड़ा अच्छा हीटर है जिहड़ा कि अपने सराउंडिंग नूं अंदरों हीट कढ़ के बाहर दिंदा। ओके, स्टोरी क्लीयर होगी कि नहीं हुई? तो एक्सट्रैक्ट हीट एंड रिजेक्ट अ ग्रेटर अमाउंट ऑफ हीट, ठीक है, Q1 टू सोर्स, and after each cycle the working substance returns to its initial state, and after each cycle, एक cycle तो बाद, after each cycle the working substance returns to its initial state, working substance अपनी initial state ਦੇ ਵਿੱਚ ਵਾਪਸ ਆ ਜਾਂਦਾ। ਲਓ ਜੀ, working substance अपनी initial state ਦੇ ਵਿੱਚ ਪੁੱਠਾ ਆ ਗਿਆ, जो वर्किंग सबसटेंस अपनी इनिशियल स्टेट च वापस आ गया, यही प्रोसैस वार वार रिपीट होंदा रहिंदा। ये साडा रैफ्रीजरेटर, दसो किड्डा क मुश्किल किते है, औखा कोई? हाँ, इहदा प्रोसैस जिहड़ा हैगा रेसिप्रोकल आ, पुट्ठा आ किहदे तो? हीट इंजन तो जस्ट पुट्ठा प्रोसैस है इहदा, हीट इंजन तो जस्ट अपोजिट प्रोसैस है इहदा। क्लीयर कि नहीं क्लीयर? कंटिन्यू कर लग्या बेटा इस तो अगे आ जाओ। ਹੁਣ ਇਸ ਤੋਂ ਬਾਅਦ ਮੇਰੇ ਕੋਲੇ ਜਿੱਦਾਂ ਉਹਦੀ ਐਫੀਸ਼ੀਐਂਸੀ ਸੀ ਹੀਟ ਇੰਜਨ ਦੀ, ਇਹਦੀ ਐਫੀਸ਼ੀਐਂਸੀ ਨਹੀਂ ਹੁੰਦੀ, ਇਹ ਗੱਲ ਯਾਦ ਰੱਖਿਓ। ਹੀਟ ਇੰਜਨ ਦੀ ਹੁੰਦੀ ਐਫੀਸ਼ੀਐਂਸੀ, ਇਹਦਾ ਹੁੰਦਾ ਕੋਐਫੀਸ਼ੀਐਂਟ ਆਫ ਪਰਫਾਰਮੈਂਸ। ਹੁਣ ਜੇ ਹੀਟ ਇੰਜਨ ਦਾ ਰੈਸੀਪ੍ਰੋਕਲ ਰੈਫਰੀਜਰੇਟਰ ਆ ਤਾਂ ਨਾਰਮਲ ਜੀ ਗੱਲ ਆ ਵੀ ਐਫੀਸ਼ੀਐਂਸੀ ਦਾ ਰੈਸੀਪ੍ਰੋਕਲ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਹੋਣਾ ਹੀ ਹੋਣਾ। ਓਕੇ, ਇਹ ਗੱਲ ਯਾਦ ਰੱਖੋ, ਭੁੱਲਦਾ ਆ। ਇਹਦੇ ਵਿੱਚ ਕੀ ਆ? ਕੋਐਫੀਸ਼ੀਐਂਟ ਆਫ performance, coefficient of performance of refrigerator, coefficient of performance of refrigerator, यानी कि रेफ्रिजरेटर दा परफॉर्मेंस कोएफिशिएंट, कोएफिशिएंट ऑफ परफॉर्मेंस ऑफ रेफ्रिजरेटर, ठीक है। रेफ्रिजरेटर दा बेटा परफॉर्मेंस कोएफिशिएंट नु बीटा नाल डिनोट करांगे, कादे नाल डिनोट करांगे? बीटा। बीटा बीटा ते ईटा दा रिलेशन भी आपस में कई बार पूछ लिया जाता, ध्यान रखियो। एक बार आप लिखते फिर रिलेशन भी लिख सकते हो, कोई बड़ी गल। हुण बीटा किहदे इक्वल हुंदा? ਉਹਦੇ ਵਿੱਚ ਲਿਖਿਆ ਸੀ ਮੈਂ वर्क डन अपॉन टोटल हीट एक्सट्रैक्टेड, ठीक है। ਇਹਦੇ ਵਿੱਚ ਕੀ ਆਊਗਾ? ਇਹਦੇ ਵਿੱਚ ਆਊਗਾ हीट एक्सट्रैक्टेड अपॉन वर्क डन, ਉਹਦਾ opposite ਆ ਜਾਵਾਂ, हीट extracted डिवाइड बाय वर्क डन। हुण एक गल सुनियो ध्यान नाल, चेंज की आया? चेंज की आया? पिछली बार जी हीट एक्सट्रैक्ट की सोर्स तो की सी, ऐदिक बार सिंक तो की है, ये तो की है सिंक तो। मैं Q1 Q2 था चेंज नहीं करया, ये याद रखियो। तो हीट एक्सट्रैक्टेड फ्रॉम सिंक, मैं सिंक तो कितनी हीट एक्सट्रैक्ट की ते वर्क डन
वर्क डन कह लो, ठीक है, वर्क डन ऑन द वर्किंग सबसटेंस। पिछली बार वर्किंग सबसटेंस ने वर्क किया, अजकल इहदे ते वर्क होया ऑन द वर्किंग सबसटेंस। मैनू उम्मीद है भी तुहाडे क्लीयर है। बीटा इज इक्वल टू बेटा हीट एक्सट्रैक्टेड फ्रॉम सिंक डिवाइड बाय वर्क डन ऑन द वर्किंग सबसटेंस। हीट कितनी एक्सट्रैक्ट हुई मित्र? हीट एक्सट्रैक्ट हुई बच्चे Q2। कितनी हीट एक्सट्रैक्ट हुई? Q2। इत्थे फर्क पै जाना, ठीक है। वर्क कितना होया? W। ते W की वैल्यू कितनी आ? जे मैं Q1 इज इक्वल टू W प्लस Q2 करा, मैं साइड पे लिख लेना, सिंस Q1 इज इक्वल टू W प्लस Q2, इधरों हीट लई, वर्क होया, दोनों ने ऐड होके Q1 हीट बना ली। ओके, ਇਹਦਾ मतलब वर्क ही इक्वल है, उसे दे इक्वल है ਜਿਹੜੇ हीट इंजन वाला सी। वर्क Q1 माइनस Q2, नेट हीट ਜਿਹੜੀ रिजेक्ट है ਉਹਦੇ बराबर है, या नेट हीट एब्जॉर्ब ਦੇ इक्वल है कल, ठीक है ना। आ जाओ, तो मेरे को बीटा कितना आ गया? Q2 ਦੀ वैल्यू Q2 ही है डिवाइड बाय W ਦੀ वैल्यू Q1 माइनस Q। ਇਹ फर्क है पुत्र, ध्यान रखियो। मैं माड़ा जिहा याद करा दा, ईटा की वैल्यू जिहड़ी सी वो सी Q1 माइनस Q2 अपॉन Q2 नहीं सी, इत्थे Q2 ना, इत्थे Q2 नहीं सी, इत्थे Q1 सी। आ डिफरेंस आ, बच्चे दा भुलेखा खा जाते, बच्चे कहते ਉਹਦੀ रेसिप्रोकल कर दो, चलो जी कोई गल हैगी आ, ठीक है, छड्ड नहीं सकते। तो बीटा कोफिशिएंट ऑफ परफॉर्मेंस आ Q2 अपॉन Q1 माइनस Q2। इनू थोड़ा जिहा याद रखना, याद रह जाऊगा ना, Q2 अपॉन Q1 माइनस Q2। फिर मेरे दिमाग च एक गल होर आई, वो की भी उही गल भी हीट ना तो मेरे को एक्सट्रैक्टेड हैगी, ना ही मेरे को रिजेक्टेड हैगी, ना हीट दित्ती नहीं मैनू तो दिता टैंपरेचर, भी ਇਹਦਾ ਟੈਂਪਰੇਚਰ ਇੰਨਾ ਤੇ ਇਹਦਾ ਟੈਂਪਰੇਚਰ ਇੰਨਾ, ठीक है ना। ਹੁਣ ਜੇ ਟੈਂਪਰੇਚਰ ਦਿੱਤਾ ਤਾਂ ਮੇਰੇ ਕੋਲੇ ਉਹੀ ਰਿਲੇਸ਼ਨ ਜਿਹੜਾ ਅੱਗੇ ਮੈਂ ਲਿਖਵਾਇਆ ਸੀ ਉਹ ਮੈਂ ਇੱਥੇ ਯੂਜ਼ ਕਰੂੰਗਾ। ਕੀ ਯੂਜ਼ ਕਰੂੰਗਾ? ਇੱਕ ਤਾਂ ਸਿੰਸ ਆ ਲਿਖ ਲਿਆ, ਇੱਕ ਸਿੰਸ ਕੀ ਲਿਖੂੰਗਾ? ਸਿੰਸ Q1 अपॉन Q2 ਕਿਹਦੇ ਇਕੁਅਲ ਹੁੰਦਾ? ਇਹ T1 अपॉन T2 ਦੇ ਇਕੁਅਲ ਹੁੰਦਾ। ਹਰੇਕ ਹੀਟ ਇੰਜਨ, ਹਰੇਕ ਰੈਫਰੀਜਰੇਟਰ ਵਾਸਤੇ ਇਹ ਜਿਹੜਾ ਕੋਫੀਸ਼ੀਐਂਟ ਆ, ਜਿਹੜਾ ਰੇਸ਼ੋ ਆ, ਇਹ ਹਮੇਸ਼ਾ ਇਕੁਅਲ ਹੁੰਦਾ, यानी कि Q1 अपॉन Q2, ठीक है, ते T1 अपॉन T2, ये नहीं बदलना, इदां दा इदां रहना। जे रेसिप्रोकल कर दो Q2 बाय Q1, T2 बाय T1 दे इक्वल हुंदा। तां मेरे कोले बीटा दी जिहड़ी वैल्यू आ वो किदां दी आऊगी? ध्यान नाल सुन लिओ हुण गल। एक तां आंसर है मेरा, एक आंसर बड़ा इंपॉर्टेंट आ रहा, बीटा इज इक्वल टू Q2 दी वैल्यू मैं नीचे डिवाइड करती 1 अपॉन Q1 बाय Q2 माइनस 1 अपॉन Q1 बाय Q2 माइनस 1। Q2 नाल इधर भी डिवाइड करता, इधर भी डिवाइड करता, ते Q1 बाय Q2 की वैल्यू मैं वो पुट करती T1 अपॉन T2। तो मेरे कोले की आ गया पुत्र? मेरे कोले आ गया 1 अपॉन T1 अपॉन T2, फिर गंदी जी वैल्यू है ना -1। तो मैं की कीता? मैं T2 ਨੂੰ ਇੱਥੇ ਮਲਟੀਪਲਾਈ ਕੀਤਾ, यानी कि रेशो लैके LCM लैके T2 ऊपर ले गया। तो मेरा जिहड़ा बीटा दा रिजल्ट इन टर्म्स ऑफ टैंपरेचर वो मिल गया। बीटा इन टर्म्स ऑफ टैंपरेचर कितना आ गया पुत्र? ये मेरे को बच्चों बीटा इज इक्वल टू आ गया T2 अपॉन ਉਹਦੇ ਬਰਾਬਰ ਦਾ ਹੀ ਆ ਗਿਆ अपॉन T1 माइनस T2, ਜਿਹੜਾ Q2 अपॉन Q1 माइनस Q2 ਸੀ T2 अपॉन T1 माइनस T2, ठीक है। यानी कि जिद्दां हीट इंजन दे विच कीता सी एफिशिएंसी नूं भी T1 Q1 Q2 ਦੀ ਥਾਂ ਤੇ T1 T2 ਰਿਪਲੇਸ ਕਰਤੇ, ਉਦੋਂ ਕਿੱਥੇ ਕਰ ਦਿਓ Q1 Q2 ਦੀ ਜਗ੍ਹਾ ਤੇ T1 T2 ਨੂੰ ਰਿਪਲੇਸ ਕਰ ਦਿਓ, you will get performance coefficient बीटा। और जे ਇਹਦਾ परसेंटेज फाइंड करना तो मल्टीप्लाइड विद 100, ठीक है। also बीटा परसेंट इज इक्वल टू कितना? Q2 अपॉन Q1 माइनस Q2 इंटू 100% इज इक्वल टू, मैं नाल ही लिख देना T2 अपॉन T1 और माइनस T2। और मैं गल दसदा हीट दे नालों टैंपरेचर वाला जिहड़ा कोफिशिएंट है ज्यादा इंपॉर्टेंट है। टैंपरेचर वाला फार्मूला ये पेपर च यूज हो जाता, T2 अपॉन T1 माइनस T2 इंटू 100%। ये बेटा मेरे को बीटा कोफिशिएंट ऑफ परफॉर्मेंस बीटा, मैनू पूरी उम्मीद है तुहानू समझ आ गया। जे किसी नू नहीं समझ आया बेटा वो पूछ सकता। हुण एक छोटी जी चीज जिहड़ी कि रिलेशन आ बीटा ते ईटा दा, वो कर लो। रिलेशन बिटवीन ईटा एंड बीटा वो बहुत जरूरी है, क्योंकि कई बार की हुंदा वो बंदा सवाल करता
ਕਹਿੰਦਾ ਵੀ ਇੱਕ ਸਿੰਕ ਆ, ਇੱਕ ਸੋਰਸ ਆ, ਫਲਾਣੇ ਫਲਾਣੇ ਟੈਂਪਰੇਚਰ ਤੇ ਕੰਮ ਕਰ ਰਿਹਾ ਹੀਟ ਇੰਜਨ। ਜੇ ਇਸੇ ਹੀਟ ਇੰਜਨ ਨੂੰ ਰਿਵਰਸ ਕਰ ਦਈਏ, ਯਾਨੀ ਕਿ ਇਹਦਾ ਹੀ ਰੈਫਰੀਜਰੇਟਰ ਬਣਾ ਦਈਏ, ਤਾਂ ਉਸ ਰੈਫਰੀਜਰੇਟਰ ਦਾ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਕਿੰਨਾ ਹੋਊਗਾ ਜੇ ਇਹਦੀ ਐਫੀਸ਼ੀਐਂਸੀ, ਇੱਕ ਦੀ ਐਫੀਸ਼ੀਐਂਸੀ ਦੇ ਕੇ ਦੂਜੇ ਦਾ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਪੁੱਛ ਲਵੇ। ਉਸੇ ਤੋਂ ਹੀ, ਉਸੇ ਹੀਟ ਇੰਜਨ ਦਾ ਰਿਵਰਸ ਕਰਤਾ, ਉਸੇ ਤੋਂ ਰੈਫਰੀਜਰੇਟਰ ਬਣਾਤਾ। ਤਾਂ ਬੰਦੇ ਨੇ ਕੁਐਸਚਨ ਕੀਤਾ ਤੁਹਾਨੂੰ ਵੀ ਈਟਾ ਦਿੱਤਾ, ਬੀਟਾ ਫਾਈਂਡ ਕਰੋ, ਤਾਂ ਈਟਾ ਤੇ ਬੀਟਾ ਦਾ ਰਿਲੇਸ਼ਨ ਯਾਦ ਕਰ ਲੈਂਦੇ ਨਾ ਆਪਾਂ ਛੋਟਾ ਜਿਹਾ, ਠੀਕ ਹੈ ਨਾ। ਤਾਂ ਦੇਖਿਓ ਧਿਆਨ ਦੇ ਨਾਲ ਲਿਖੋ, ਰਿਲੇਸ਼ਨ ਬਿਟਵੀਨ ਈਟਾ ਐਂਡ ਬੀਟਾ। ਈਟਾ ਤੇ ਬੀਟਾ ਦਾ ਆਪਸ ਚ ਰਿਲੇਸ਼ਨ ਬੜਾ ਸਿੰਪਲ ਜਿਹਾ, ਸਿੰਸ ਈਟਾ ਇਜ਼ ਇਕੁਅਲ ਟੂ ਕਿੰਨਾ ਸੀ, ਕਿਉਂ ਬਈ ਅਸੀਂ ਈਟਾ ਤੇ ਬੀਟਾ ਦਾ ਰਿਲੇਸ਼ਨ ਕਰਨਾ ਤਾਂ ਬੜੀ ਟੈਨਸ਼ਨ ਨਹੀਂ ਲੈਣੀ। ਐ ਕਰੋ, ਬੀਟਾ ਦਾ ਫਾਰਮੂਲਾ ਲਿਖੀਏ ਈਟਾ ਦਾ, ਮੈਨੂੰ ਦੇਖਣ ਦਿਓ ਮਾੜਾ ਜਿਹਾ, ਇੱਕ ਮਿੰਟ ਦੇਖਣ ਦਿਓ, ਤੁਸੀਂ ਨਾ ਲਿਖੋ। ਈਟਾ ਇਜ਼ ਇਕੁਅਲ ਟੂ ਕਿੰਨਾ ਸੀ, ਈਟਾ ਸੀ 1 ਮਾਈਨਸ T2 ਬਾਈ T1। ਇੱਧਰ T2 ਬਾਈ T1 ਦੀ ਸਟੋਰੀ ਹੈ ਨਹੀਂ। ਐ ਕਰੋ, ਬੀਟਾ ਲਿਖੋ, ਸਿੰਸ ਬੀਟਾ ਇਜ਼ ਇਕੁਅਲ ਟੂ T2 upon T1 minus T2, beta is equal to T2 upon T1 minus T2। One minus Q2 by Q1। ਤਾਂ ਮੇਰੇ ਕੋਲੇ ਬੀਟਾ ਇਜ਼ ਇਕੁਅਲ ਟੂ ਕਿੰਨਾ ਆਉਂਦਾ, ਇਹ ਆਉਂਦਾ ਬੇਟਾ 1 upon T1 upon T2 minus 1। beta is equal to 1 upon ਆ ਚੀਜ਼ ਜਿਹੜੀ ਮੇਰੇ ਕੋਲ ਕੀ ਬਣ ਗਈ, ਧਿਆਨ ਨਾਲ ਸੁਣਿਓ ਹੁਣ ਗੱਲ ਨੂੰ। ਆ ਚੀਜ਼ T1 upon T2 minus 1, ਸਿੰਸ ਸਾਈਡ ਤੇ ਲਿਖਦਾ ਮੈਂ, ਸਿੰਸ ਈਟਾ ਇਜ਼ ਇਕੁਅਲ ਟੂ ਕਿੰਨਾ, ਈਟਾ ਹੈਗਾ 1 minus T2 by T1, 1 minus T2 by T1। एक्सक्यूज मी सर, हाँ बोलो बेटा। T1 माइनस T2 की वैल्यू नहीं पुट कर सकते? हाँ कुछ ऐसा ही कर रहा हूँ मैं। तू ऐसे कह रही भी यहाँ से T1 माइनस T2, और T1 की तो पुट करनी पड़ेगी ना, T2 की भी वो भी रखनी पड़ेगी। हाँ जी सर, T2 by T1 रह जाएगा। अपन ऐसे करते हैं, T2 by T1 की वैल्यू देखते कितनी है। T2 by T1 की वैल्यू है 1 माइनस ईटा, है ना। तो T1 by T2 की वैल्यू कितनी है, T1 by T2 की वैल्यू है 1 अपॉन 1 माइनस ईटा। आ ध्यान रखो बड़ा जी, ठीक है। T1 by T2 की वैल्यू होगी 1 अपॉन 1 माइनस ईटा। आ वैल्यू इथे यूज कर, T1 अपॉन T2 की। तो बीटा कितना आ गया, ये आ गया 1 अपॉन, ये आ गया पुत्रों मेरे को 1 अपॉन 1 माइनस ईटा माइनस 1। इनू सॉल्व करो, ਤੁਹਾਡਾ आंसर आऊगा, ठीक है। 1 माइनस ईटा इथे प्लस बन जाना, 1 माइनस ईटा ऊपर भी चले जाना, ਤੁਹਾਡਾ बीटा ਜਿਹੜਾ आ गया वो आ गया 1 अपॉन 1 माइनस 1 प्लस ईटा अपॉन 1 माइनस ईटा। 1 ਦੇ ਨਾਲ 1 कैंसल, 1 माइनस ईटा अपॉन ईटा इधर लिख देना। ये आ गया बीटा इज इक्वल टू 1 माइनस ईटा अपॉन ईटा। इदा याद कर लो, और सही है रिजल्ट आ मेरा 1 माइनस ईटा अपॉन ईटा मेरा आंसर है। या तुसी इदा चाहो तो इदा याद कर लो, बीटा इज इक्वल टू 1 अपॉन ईटा माइनस 1। आ दोनों चो जिहड़ा तुहाडा जी करदा वो याद, बीटा इज इक्वल टू 1 अपॉन ईटा माइनस 1। तो आपां रिजल्ट ते ध्यान देना, ये तो जस्ट प्रोसैस दसदा भी इदा हो जाता भी मेरे को T2 अपॉन T1 की वैल्यू मैं इत्थों फाइंड की, इत्थे पुट करती T1 बाय T2 बना के, T1 बाय T2 इत्थे पुट की, मेरे को रिजल्ट जस्ट छोटी जी कैलकुलेशन है। आ मेरे को 1 अपॉन ईटा माइनस 1, दिस इज कोएफिशिएंट ऑफ परफॉर्मेंस इन टर्म्स ऑफ ईटा, यानी कि कोएफिशिएंट ऑफ परफॉर्मेंस इन टर्म्स ऑफ एफिशिएंसी ऑफ हीट इंजन, ठीक है। ਜਿਹੜਾ कि ਅਸੀਂ सेम सोर्स ਤੇ ਜਿਹੜਾ सिंक ਆ ਉਹਨਾਂ ਦੇ ਨਾਲ ਬਣਾਇਆ, ਜਿਹੜੇ कि ਆਪਾਂ
ਹੀਟ ਇੰਜਨ ਚ यूज कर रहे हैं और ਰੈਫਰੀਜਰੇਟਰ ਤੇ ਸੇਮ ਸੋਰਸ ਤੇ ਸਿੰਕ यूज कर रहे हैं, ਟੈਂਪਰੇਚਰ ਸੇਮ यूज कर रहे हैं। ਠੀਕ ਆ, ਇਹ ਮੇਰਾ ਰਿਲੇਸ਼ਨ ਆ, ਮੈਨੂੰ ਪੂਰੀ ਉਮੀਦ ਆ ਤੁਹਾਨੂੰ ਸਮਝ ਆ ਗਿਆ। ਕਿਸੇ ਵੀ ਬੱਚੇ ਨੂੰ ਹੀਟ ਇੰਜਨ ਐਂਡ ਰੈਫਰੀਜਰੇਟਰ ਦੇ ਬੇਸਿਕ ਫੰਡਾ ਔਰ ਜੋ ਮੈਂ ਕਹਾਣੀ ਕਲੀਅਰ ਕੀਤੀ ਉਹਦੇ ਵਿੱਚ ਕੋਈ ਸ਼ੱਕ ਹੋਵੇ ਬੇਟਾ ਉਹ ਪੁੱਛ ਸਕਦੇ, ਬੋਲ ਦੋ ਬਈ। हाँ भाई ठीक है, ओके।